ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਮ ਨਾ ਝੂਲਦੇ ਹੋਣ। ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣੀ ਬੋਲੀ, ਸੱਭਿਆਚਾਰ ਤੇ ਆਪਣੀ ਸ਼ਾਨਾਮਤੀ ਵਿਰਾਸਤ ਆਪਣੇ ਨਾਲ ਲੈ ਕੇ ਗਏ। ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਆਸ਼ੇ ਨੂੰ ਪਰਨਾਈ ਪੰਜਾਬੀ ਕੌਮ ਸੰਸਾਰ ਭਰ 'ਚ ਲੋੜਵੰਦਾਂ ਲਈ ਖੜਦੀ, ਮਾੜੇ ਤੇ ਨਿਤਾਣੇ ਦੀ ਬਾਂਹ ਫੜਦੀ, ਹੱਕ ਸੱਚ ਤੇ ਇਨਸਾਫ ਲਈ ਹਿੱਕ ਢਾਹ ਕੇ ਜੂਝਦੀ, ਹੱਸਦੀ ਵਸਦੀ ਮੌਲਦੀ ਤਰੱਕੀਆਂ ਦੇ ਨਵੇਂ ਦਰ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦੀ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਜੁੜ ਗਏ ਨੇ। ਕੁਝ ਇੱਕ ਖਬਰਾਂ ਦੇ ਉੱਤੇ ਕਰਦੇ ਹਾਂ ਚਰਚਾ। ਪ੍ਰੋਫੈਸਰ ਸਾਹਿਬ, ਤੁਹਾਡਾ ਤੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ, ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਨਵਾਂ ਪੰਜਾਬ ਦੇ ਵਿੱਚ ਨਵੀਂ ਕੈਬਨਿਟ ਦੇ ਵਿੱਚ ਵਾਧਾ ਹੋਇਆ ਉਹਦੀ ਥੋੜ੍ਹਾ ਜਿਹਾ ਜ਼ਿਕਰ ਕਰ ਲਈਏ। ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਮਿਲ ਨਹੀਂ ਸਕੇ। ਸੁਸ਼ੀਲ ਨਾਲ ਕੁਝ ਗੱਲਾਂ ਬਾਤਾਂ ਹੋਈਆਂ ਸੀ, ਤੁਹਾਡੇ ਨਾਲ ਵਿਚਾਰ ਵਟਾਂਦਰਾ ਰਹਿ ਗਿਆ ਇਸ ਇਸ਼ੂ 'ਤੇ। ਮਹਿਕਮੇ ਦੀ ਵੰਡ ਹੋ ਗਈ, ਨਵੇਂ ਵਜ਼ੀਰ ਬਣ ਗਏ। ਪਹਿਲਾਂ ਤਾਂ ਤੁਹਾਡਾ ਪ੍ਰਤੀਕਰਮ ਕੀ ਆ? ਜਿਹੜੇ ਵਜ਼ੀਰ ਬਣੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਕਿ ਕਿਸ ਤਰ੍ਹਾਂ ਦੀ ਚੋਣ ਹੈ? ਥੋੜ੍ਹਾ ਜਿਹਾ ਇਸ ਸੰਦਰਭ 'ਚ ਗੱਲ ਕਰਿਓ ਕਿ ਪਿਛਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਗਿਆ ਕਿ ਫੈਸਲੇ ਜਿਹੜੇ ਨੇ ਉੱਪਰੋਂ ਲੈ ਜਾਂਦੇ ਨੇ ਦਿੱਲੀ ਤੋਂ, ਅਤੇ ਉਸ ਦੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਸੰਗਰੂਰ ਦੀ ਲੋਕ ਸਭਾ ਸੀਟ 'ਤੇ ਉਹਨਾਂ ਨੂੰ ਹਾਰ ਵੀ ਮਿਲੀ। ਅਤੇ ਜਿਹੜਾ ਖਾਸ ਕਰਕੇ ਮੁੱਦਾ ਸੀ MP ਭੇਜਣ ਦਾ ਰਾਜ ਸਭਾ ਦੇ, ਉਹਦੇ ਤੋਂ ਬਹੁਤ ਜ਼ਿਆਦਾ ਲੋਕਾਂ 'ਚ ਨਾਰਾਜ਼ਗੀ ਹੋਈ। ਹੋਰ ਵੀ ਕੋਈ ਫੈਸਲੇ ਐਸੇ ਹੋਏ ਜਿਹੜੇ ਵਾਪਸ ਲੈਣੇ ਪਏ। ਹੁਣ ਜਿਹੜਾ ਕੈਬਨਿਟ ਦੇ ਵਿੱਚ ਵਾਧਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ, ਤੁਹਾਨੂੰ ਕੀ ਲੱਗਦਾ ਕਿ ਉਹ ਬੀਤੇ ਦਾ ਪੂਰਾ ਘੋਖ ਕਰਕੇ, ਐਨਾਲਿਸਿਸ ਕਰਕੇ ਕਿ ਲੋਕਾਂ ਦੀ ਰਗ ਸਮਝ ਕੇ ਇਹ ਫੈਸਲਾ ਲਿਆ ਹੋਏਗਾ, ਜਾਂ ਅਜੇ ਵੀ ਕਿਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਉਸ ਤਰੀਕੇ ਦਾ ਫੈਸਲਾ ਨਹੀਂ ਲਿਆ ਜਿੱਦਾਂ ਦਾ ਹੋਣਾ ਚਾਹੀਦਾ ਸੀ? ਇਹਦੇ 'ਚ ਇੱਕ ਗੱਲ ਬੜੀ ਸਪਸ਼ਟ ਆ ਵੀ ਜਿਹੜੇ 5 ਨਵੇਂ ਮੰਤਰੀ ਬਣਾਏ ਆ, ਹਾਂਜੀ, ਉਹਨਾਂ 'ਚ ਕੇਵਲ ਅਮਨ ਅਰੋੜਾ ਆ ਜਿਹੜੇ ਦੂਜੀ ਵਾਰੀ MLA ਚੁਣੇ ਗਏ ਆ। ਬਾਕੀ ਜਿਹੜੇ 4 ਨੇ ਉਹ ਸਾਰੇ ਦੇ ਸਾਰੇ ਨਵੇਂ ਆ। ਅਤੇ ਉਹਨਾਂ ਦੇ ਵਿੱਚ ਵੀ ਜਿੱਦਾਂ ਹੁਣ ਇੰਦਰਬੀਰ ਸਿੰਘ ਨਿੱਜਰ ਆ, ਉਹ ਮੈਡੀਕਲ ਬੈਕਗਰਾਊਂਡ ਦੇ ਬੰਦੇ ਨੇ, ਡਾਕਟਰ ਇੰਦਰਬੀਰ ਸਿੰਘ ਨਿੱਜਰ, ਅਤੇ ਉਹਨਾਂ ਨੂੰ ਮਹਿਕਮਾ ਦੇ ਦਿੱਤਾ ਹੈਗਾ ਮਤਲਬ ਸਥਾਨਕ ਸਰਕਾਰਾਂ ਦਾ। ਜਦੋਂ ਕਿ ਉਸ ਕਿਸਮ ਦੀ ਜਿਹੜੀ ਸ਼ਖਸੀਅਤ ਆ, ਜਿੱਦਾਂ ਉਹਨਾਂ ਨੇ ਆਪਣੀ ਵਰਥ ਪ੍ਰੂਵ ਕੀਤੀ ਆ ਬਤੌਰ ਪ੍ਰੋਟਮ ਸਪੀਕਰ, ਤੇ ਇੱਕ ਸੰਸਥਾ ਜਿਹੜੀ ਬਹੁਤ ਵੱਡੀ ਆ ਅੰਮ੍ਰਿਤਸਰ ਦੀ, ਸਾਡੇ ਜਿਹੜੇ ਚੀਫ ਖਾਲਸਾ ਦੀਵਾਨ ਸੁਸਾਇਟੀ ਆ, ਉਹਦੇ ਉਹ ਪ੍ਰਧਾਨ ਵੀ ਨੇ। ਅਤੇ ਇਹ ਮੈਨੂੰ ਲੱਗਦਾ ਉਹਨਾਂ ਦੇ ਹਾਣ ਦਾ ਮਹਿਕਮਾ ਉਹਨਾਂ ਨੂੰ ਨਹੀਂ ਦਿੱਤਾ ਗਿਆ। ਜਿੱਥੋਂ ਤੱਕ ਅਮਨ ਅਰੋੜਾ ਦਾ ਸੰਬੰਧ ਆ, ਇਹਨਾਂ ਸਾਰਿਆਂ ਦੇ ਵਿੱਚੋਂ ਲਗਭਗ ਉਹ ਇਸ ਕਰਕੇ ਪਹਿਲੀ ਕੈਬਨਿਟ 'ਚ ਹੀ ਆਉਣਾ ਡਿਜ਼ਰਵ ਕਰਦੇ ਸੀਗੇ, ਕਿਉਂਕਿ ਇੱਕ ਤਾਂ ਉਹ ਸੈਕੰਡ ਟਾਈਮਰ ਸੀਗੇ, ਦੂਜੇ ਪੋਲੀਟੀਕਲੀ ਮੈਚਿਓਰ ਨੇ, ਅਤੇ ਇਸ ਨਾਤੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਪੰਜਾਬ ਇਕਾਈ ਆ ਆਮ ਆਦਮੀ ਪਾਰਟੀ ਦੀ, ਉਹਦਾ ਕਨਵੀਨਰ ਬਣਾਇਆ ਗਿਆ ਹੈਗਾ। ਅਤੇ ਉਹਨਾਂ ਨੂੰ ਵੀ ਮਹਿਕਮਾ ਜਿਹੜਾ ਦਿੱਤਾ ਹੈਗਾ ਉਹ ਦਿੱਤਾ ਗਿਆ ਆ ਹਾਊਸਿੰਗ ਦਾ। ਬਾਕੀ ਜਿਹੜੇ 3 ਮੰਤਰੀ ਨੇ, ਜਿੱਦਾਂ ਚੇਤਨ ਸਿੰਘ ਜੀ ਨੇ, ਇਹਨਾਂ ਦੀ ਜਿਹੜੀ ਬੈਕਗਰਾਊਂਡ ਹੈ ਦੱਸੀ ਗਈ ਆ ਕਿ ਇਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਈ ਕੁੜੀ ਅਗਵਾ ਕਰ ਰਹੇ ਸੀਗੇ, ਉਹਨੂੰ ਬਚਾਉਂਦਿਆਂ ਜ਼ਖਮੀ ਹੋਏ। ਫੌਜਾ ਸਿੰਘ ਫਰਾਰੀ ਜਿਹੜੇ ਆ, ਜਿਨ੍ਹਾਂ ਨੂੰ ਫਰੂਟ ਪ੍ਰੋਸੈਸਿੰਗ ਦਾ ਮਹਿਕਮਾ ਦਿੱਤਾ ਗਿਆ, ਉਹ ਗੁਰੂ ਹਰ ਸਹਾਏ ਤੋਂ MLA ਨੇ, ਔਰ ਇੱਕ ਵਿਸ਼ੇਸ਼ ਜਿਹੜੀ ਸਬ ਕਾਸਟ ਕਹਿ ਸਕਦੇ ਹਾਂ ਆਪਾਂ,
ਜਾਂ ਇੱਕ ਬਰਾਦਰੀ ਆ ਜਿਹਨੂੰ ਰਾਏ ਸਿੱਖ ਬਰਾਦਰੀ ਕਿਹਾ ਜਾਂਦਾ, ਉਹਦੇ ਨਾਲ ਸੰਬੰਧਿਤ ਨੇ ਔਰ ਪੁਲਿਸ ਦੇ ਵਿੱਚੋਂ ਇਹ ਆਏ ਹੋਏ ਨੇ ਤੇ ਇਹਨਾਂ ਨੂੰ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਦੇ ਦਿੱਤਾ ਗਿਆ। ਅਨਮੋਲ ਗਗਨ ਮਾਨ ਬਿਲਕੁਲ ਨਵੀਂ ਐਮਐਲਏ ਚੁਣੀ ਗਈ ਆ ਖਰੜ ਤੋਂ ਔਰ ਉਹਨੂੰ ਮਹਿਕਮਾ ਦਿੱਤਾ ਗਿਆ ਹੈਗਾ ਸੱਭਿਆਚਾਰ ਤੇ ਸੈਰ ਸਪਾਟਾ ਜਿਹੜੇ ਮਾਮਲੇ ਹੈਗੇ ਆ। ਇਹ ਹੁਣ ਦੇਖੋ ਜੇ ਔਰਤਾਂ ਦੇ ਵਿੱਚੋਂ ਦੇਖੀਏ ਤਾਂ ਸਰਬਜੀਤ ਕੌਰ ਮਾਣੂਕੇ ਤੇ ਆਪਣੇ ਪ੍ਰੋਫੈਸਰ ਬਲਜਿੰਦਰ ਕੌਰ ਇਹ ਪਿਛਲੀ ਵਾਰੀ ਦੀਆਂ ਜਿਹੜੀਆਂ ਉਹ ਦੂਜੀ ਵਾਰੀ ਐਮਐਲਏ ਚੁਣੀਆਂ ਗਈਆਂ ਤੇ ਇਹ ਦੋਨੇ ਹੀ ਜਿਹੜੇ ਅਹੁਦੇ ਪਾਰਟੀ ਵੱਲੋਂ ਦਿੱਤੇ ਜਾਂਦੇ ਰਹੇ ਉਹਨਾਂ ਤੇ ਵੀ ਰਹੀਆਂ ਔਰ ਜਿਹੜੀ ਸਰਬਜੀਤ ਕੌਰ ਮਾਣੂਕੇ ਆ ਉਹ ਡਿਪਟੀ ਲੀਡਰ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਕਿਸੇ ਵੇਲੇ ਰਹੀ ਹੈਗੀ ਆ। ਸੋ ਉਹਨਾਂ ਨੂੰ ਸੀਨੀਅਰਟੀ ਛੱਡ ਕੇ ਤੇ ਅਨਮੋਲ ਗਗਨ ਮਾਨ ਨੂੰ ਜਿਹੜਾ ਬਣਾਇਆ ਗਿਆ, ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਦਰਸ਼ਕ ਨੇ ਜਾਂ ਪੋਲੀਟੀਕਲ ਐਨਾਲਿਸਟ ਨੇ ਉਹ ਇਦਾਂ ਸਮਝਦੇ ਨੇ ਕਿ ਇਹ ਲਿਹਾਜ਼ਦਾਰੀ ਵਾਲੀ ਗੱਲ ਕੀਤੀ ਗਈ ਆ, ਕਿਉਂਕਿ ਅਨਮੋਲ ਗਗਨ ਮਾਨ ਨੂੰ ਭਗਵੰਤ ਮਾਨ ਦੇ ਨੇੜੇ ਸਮਝਿਆ ਜਾਂਦਾ ਆ ਕਲਾਕਾਰ ਹੋਣ ਕਰਕੇ। ਸੋ ਇਹ ਜਿਹੜੇ 5 ਮਹਿਕਮੇ ਆ ਜੀ, 5 ਮੰਤਰੀ ਬਣਾਏ, ਇਹ ਤਾਂ ਚੰਗਾ ਕੀਤਾ ਕਿ 5 ਮੰਤਰੀ ਬਣਾਤੇ ਆ, ਪਰ ਇਹਨਾਂ ਦੀ ਜਿਹੜੀ ਚੋਣ ਹੈਗੀ ਆ ਉਹ ਸ਼ਾਇਦ ਆਮ ਆਦਮੀ ਪਾਰਟੀ ਲਈ ਇਹ ਵੀ ਮੁਸ਼ਕਲ ਆ ਵੀ 92 ਐਮਐਲਏ ਆ ਤੇ ਹੁਣ ਉਹ ਕਿੰਨਿਆਂ ਕੁ ਨੂੰ ਮੰਤਰੀ ਬਣਾਉਣ। ਮੰਤਰੀ ਤਾਂ 18 ਹੀ ਬਣਨੇ ਨੇ ਆਪਣੇ ਮੁੱਖ ਮੰਤਰੀ ਸਮੇਤ। ਤੇ ਇੱਕ ਜਿਹੜਾ ਡਿਮੋਟ ਕੀਤਾ ਕਹਿ ਲਓ ਜਾਂ ਕੁਝ ਮਹਿਕਮਾ ਜਿਹੜਾ ਉਹ ਮੀਤ ਹੇਅਰ ਕੋਲੋਂ ਲਿਆ ਗਿਆ ਸਕੂਲ ਐਜੂਕੇਸ਼ਨ ਦਾ, ਤੇ ਉਹ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ ਆ। ਸ਼ਾਇਦ ਇਹ ਇੱਕ ਚੰਗੀ ਵੰਡ ਹੋਵੇ ਕਿਉਂਕਿ ਬਹੁਤੀ ਵਾਰੀ ਜਿਹੜੀ ਹਾਇਰ ਐਜੂਕੇਸ਼ਨ ਆ ਤੇ ਜਿਹੜੀ ਸਕੂਲ ਐਜੂਕੇਸ਼ਨ ਆ ਇਹਦੇ 2 ਮੰਤਰਾਲੇ ਆ, 2 ਮੰਤਰੀਆਂ ਨੂੰ ਇਹ ਦਿੱਤੀ ਜਾਂਦੀ ਆ। ਇਹ ਭਗਵੰਤ ਮਾਨ ਹੋਰਾਂ ਨੇ ਚੰਗਾ ਕਦਮ ਚੁੱਕਿਆ ਲੱਗਦਾ ਹੈਗਾ। ਤੇ ਬਾਕੀ ਇਹ ਆ ਕਿ ਇਹ ਹੁਣ ਜਦੋਂ ਪਰਫਾਰਮ ਕਰਨਗੇ ਆਪਣੀ ਆਪਣੀ ਜਿਹੜੀ ਕਾਰਕਰਦਗੀ ਆ ਉਹ ਦਿਖਾਉਣਗੇ ਤਾਂ ਇਹਦੇ ਤੋਂ ਪਤਾ ਲੱਗੇਗਾ। ਉਂਝ ਇਹ ਆ ਬਈ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇੰਦਰਬੀਰ ਨਿੱਜਰ ਹੋਰਾਂ ਨੂੰ ਜੇ ਸਿਹਤ ਮਹਿਕਮਾ ਦਿੱਤਾ ਜਾਂਦਾ ਤੇ ਚੰਗੀ ਗੱਲ ਸੀਗੀ, ਕਿਉਂਕਿ ਚੇਤਨ ਸਿੰਘ ਜਿਹੜੇ ਨੇ ਇਹ ਨਵੇਂ ਹੈਗੇ ਆ ਤੇ ਜਿਹੜਾ ਸਿਹਤ ਮੰਤਰਾਲਾ ਆ ਉਹ ਬੜਾ ਮਹੱਤਵਪੂਰਨ ਮੰਤਰਾਲਾ ਆ, ਕਿਉਂਕਿ 2 ਮਹਿਕਮੇ ਜਿਹੜੇ ਆ ਉਹਨਾਂ ਵੱਲ ਉਹਦਾ ਤਾਂ ਹਰ ਮਹਿਕਮੇ ਵਾਲੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਆ, ਪਰ ਹੈਲਥ ਤੇ ਐਜੂਕੇਸ਼ਨ ਜਿਹੜੀ ਆ ਇਹਨਾਂ ਵੱਲ ਬਹੁਤ ਜ਼ਰੂਰੀ ਧਿਆਨ ਦੇਣ ਦੀ ਲੋੜ ਆ। ਔਰ ਇਹਦਾ ਜਿਹੜਾ ਮੰਤਰੀ ਆ ਉਹਨੂੰ ਸਿਹਤ ਸੇਵਾਵਾਂ ਦੀ ਸਮਝ ਹੋਣੀ ਚਾਹੀਦੀ ਆ, ਸਿਹਤ ਮਹਿਕਮੇ ਦੀ ਸਮਝ ਹੋਣੀ ਚਾਹੀਦੀ ਆ। ਉਹਦਾ ਸਿਹਤ ਸੇਵਾਵਾਂ ਨੂੰ ਸੁਧਾਰਨ ਦੇ ਵਿੱਚ ਅੱਗੇ ਲਿਜਾਣ ਦੇ ਵਿੱਚ ਇੱਕ ਵਿਜ਼ਨ ਹੋਣਾ ਚਾਹੀਦਾ ਆ, ਜਿਹੜਾ ਮੇਰਾ ਖਿਆਲ ਹੈ ਕਿ ਚੇਤਨ ਸਿੰਘ ਦੀ ਬਜਾਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਰਾਂ ਕੋਲ ਸ਼ਾਇਦ ਜ਼ਿਆਦਾ ਸੀਗਾ। ਸੋ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਸਲਾ ਹੈ, ਉਹਨਾਂ ਦੀ ਅੰਦਰੂਨੀ ਸਮਝ ਹੈ। ਬਾਕੀ ਅਸੀਂ ਜੋ ਮਹਿਸੂਸ ਕਰਦੇ ਹਾਂ ਉਹ ਅਸੀਂ ਤੁਹਾਡੇ ਨਾਲ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਲਿਆ। ਬਿਲਕੁਲ ਆਪਣੇ ਪ੍ਰੋਫੈਸਰ ਸਾਹਿਬ ਸਾਰੇ ਵੱਖ-ਵੱਖ ਲੋਕਾਂ ਦੀ ਇੱਥੇ ਵੱਖ-ਵੱਖ ਰਾਏ ਆ। ਕੱਲ੍ਹ ਜਦੋਂ ਅਜੇ ਮਹਿਕਮੇ ਦੀ ਵੰਡ ਦੀ ਗੱਲ ਨਹੀਂ ਸੀ ਹੋਈ ਤੇ ਅਸੀਂ ਗੱਲ ਕਰ ਰਹੇ ਸੀਗੇ, ਮੈਂ ਸੁਸ਼ੀਲ ਰਾਣਾ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਵਿਅਕਤੀ ਚੁਣੇ ਗਏ ਆ ਉਹਨਾਂ ਬਾਰੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਆ। ਤਾਂ ਸੁਸ਼ੀਲ ਦਸਾਂਝ ਜੀ ਕਹਿ ਰਹੇ ਸੀ ਕਿ ਸਵਾਏ ਆਪਣੇ ਅਮਨ ਅਰੋੜਾ ਤੋਂ ਕੋਈ ਵੀ ਐਸਾ ਕੈਂਡੀਡੇਟ ਨਹੀਂ ਜਿਹਨੂੰ ਲੋਕ ਜਾਣਦੇ ਹੋਣ। ਮੈਂ ਉਹਨਾਂ ਦੀ ਜਾਣਕਾਰੀ 'ਚ ਵਾਧਾ ਕੀਤਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੰਦਰਬੀਰ ਨਿੱਜਰ ਹੀਰੀ ਜਿਹੜੇ ਆ ਉਹ ਜਾਣੇ ਪਛਾਣੇ ਨੇ, ਇੱਕ ਵੱਡੀ ਸੰਸਥਾ ਦੇ ਮੁਖੀ ਬਣੇ ਨੇ ਹੁਣੇ ਔਰ ਅਦਰਵਾਈਜ਼ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆ, ਸੀਨੀਅਰਟੀ ਵਾਈਜ਼ ਵੀ ਦੂਜੀ ਗੱਲ ਵੀ। ਪਰ ਗੱਲ ਇਹ ਹੁੰਦੀ ਆ ਪਰ ਸਭ ਕਿ ਜਿਹੜੀ ਰਾਜ ਕਰ ਰਹੀ ਧਿਰ ਆ ਉਹਨਾਂ ਨੇ ਪ੍ਰਾਇਓਰਟੀ ਕਿਹੜੀ ਬਣਾਈ। ਪ੍ਰਾਇਓਰਟੀ ਆਪਣੀਆਂ ਪਿਛਲੀਆਂ ਸਰਕਾਰਾਂ 'ਚ ਸਾਡਾ ਮਾਈਂਡ ਸੈੱਟ ਹੋਇਆ ਕਿ ਸੀਨੀਅਰ ਹੋਣਾ ਜ਼ਰੂਰੀ ਆ। ਕੋਈ ਇਹ ਮੇਰੇ ਖਿਆਲ ਕੋਈ ਇਹ ਕ੍ਰਾਈਟੇਰੀਆ ਇਸ ਪਾਰਟੀ ਨੇ ਨਹੀਂ ਅਪਣਾਇਆ। ਮੈਨੂੰ ਕੱਲ੍ਹ ਲੱਗਦਾ ਹੈ ਕਿ ਮੈਂ ਕੱਲ੍ਹ ਦੇ ਪ੍ਰੋਗਰਾਮ ਦਾ ਹੈਡਿੰਗ ਵੀ ਇਹ ਪਾਇਆ ਸੀਗਾ ਕਿ ਬੌਧਿਕ ਪ੍ਰਭਤਾ ਨਾ ਵੇਖ ਕੇ ਸਧਾਰਨਤਾ ਨੂੰ ਪਹਿਲ। ਸ਼ਾਇਦ ਆਮ ਆਦਮੀ ਪਾਰਟੀ ਦੀ ਤਾਕਤ ਹੀ ਇਹ ਬਣ ਗਈ ਆ ਕਿ ਉਹ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਸਧਾਰਨ ਵਿਅਕਤੀ ਹਾਂ ਤੇ ਆਮ ਵਿਅਕਤੀ ਹਾਂ, ਜਿਹਦਾ ਕਰਕੇ ਉਹ ਇਸ ਤਰ੍ਹਾਂ ਦਾ ਇੱਕ ਆਪਣਾ ਬਿੰਬ ਬਣਾਉਣਾ ਚਾਹੁੰਦੇ ਆ। ਇਸ ਕਰਕੇ ਵੀ ਥੋੜ੍ਹਾ ਜਿਹਾ ਉਹ ਇਹ ਕਰਦੇ ਆ। ਔਰ ਕੋਈ ਇਹ ਜ਼ਰੂਰੀ ਵੀ ਨਹੀਂ ਹੁੰਦਾ ਕਿਸੇ ਮੁੱਖ ਮੰਤਰੀ ਵਾਸਤੇ
ਕਿ ਜੇ ਕੋਈ 2 ਵਾਰੀ ਚੁਣਿਆ ਗਿਆ ਜਾਂ 3 ਵਾਰੀ ਚੁਣਿਆ ਗਿਆ ਤੇ ਉਹਨੂੰ ਜ਼ਰੂਰ ਹੀ ਮੰਤਰੀ ਬਣਾਇਆ ਜਾਵੇ। ਵੇਖਣੀ ਤੇ ਹੁੰਦੀ ਉਹਦੀ ਕਾਬਲੀਅਤ। ਉਹ ਹੁਣ ਭਗਵੰਤ ਮਾਨ ਨੇ ਵੇਖੀ ਹੋਏਗੀ, ਕਿੱਦਾਂ ਵੇਖੀ ਆ ਉਹਨਾਂ ਦੀ ਟੀਮ ਨੇ ਜਾਂ ਉਹਨਾਂ ਦੇ ਸੁਪਰੀਮੋ ਨੇ ਸਲਾਹ ਕਰਕੇ ਇਹ ਕਿਉਂ ਕੀਤਾ। ਇਹ ਮੇਰੇ ਖਿਆਲ ਉਹਨਾਂ ਦਾ ਬਿਲਕੁਲ ਪਾਰਟੀ ਦਾ ਨਿੱਜੀ ਮਸਲਾ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਮੈਂ ਹੁਣੇ ਕਰ ਲਾਂ ਫਿਰ ਭੁੱਲ ਜਾਾਂਗੇ ਆਪਾਂ, ਕਿ ਇੰਦਰਬੀਰ ਨਿੱਜਰ ਹੀਰੀ ਜਿਹੜੇ ਆ ਉਹਨਾਂ ਨੂੰ ਮਹਿਕਮਾ ਹੈਲਥ ਦੇਣਾ ਚਾਹੀਦਾ ਸੀ। ਪਰ ਸਭ ਵੇਖਣ 'ਚ ਇਹ ਆਉਂਦਾ ਆ, ਇਹਨਾਂ ਮੁਲਕਾਂ 'ਚ ਵੀ ਇਦਾਂ ਹੀ ਆ, ਜ਼ਰੂਰੀ ਨਹੀਂ ਹੁੰਦਾ ਕਿ ਕੋਈ ਡਾਕਟਰ ਹੈ ਤਾਂ ਉਹਨੂੰ ਹੈਲਥ ਮਹਿਕਮਾ ਦਿੱਤਾ ਜਾਵੇ, ਜੇ ਕੋਈ ਪੁਲਿਸ ਅਫਸਰ ਹੈ ਤਾਂ ਉਹਨੂੰ ਹੋਮ ਮਿਨਿਸਟਰੀ ਦਿੱਤੀ ਜਾਵੇ। ਜਿੱਦਾਂ ਲੋਕ ਆਮ ਮਹਿਸੂਸ ਕਰਦੇ ਆ ਕਿ ਜੇ ਕਿਤੇ ਹੋਮ ਮਿਨਿਸਟਰੀ ਜਿਹੜੀ ਆ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਦੇਤੀ ਜਾਵੇ ਤੇ ਬਿਹਤਰ ਢੰਗ ਨਾਲ ਚੱਲ ਸਕਦਾ। ਪਰ ਜਿਹੜੇ ਉਹਦੇ ਨਾਲ ਸਰਕਾਰ ਵਾਸਤੇ, ਪਾਰਟੀ ਵਾਸਤੇ ਮੁਸ਼ਕਲਾਂ ਖੜੀਆਂ ਹੋਣੀਆਂ, ਸ਼ਾਇਦ ਉਹ ਜ਼ਿਆਦਾ ਅਹਿਮ ਹੋਣ ਪਾਰਟੀ ਵਾਸਤੇ, ਕਿਉਂਕਿ ਬਹੁਤ ਸਾਰੇ ਅਫਸਰ ਹੋਣਗੇ ਜਿਹੜੇ ਉਹਨਾਂ ਦੇ ਨਾਲ ਕੰਮ ਤੋਂ ਖੁਸ਼ ਨਹੀਂ ਹੋਣਗੇ। ਬਹੁਤ ਸਾਰੇ ਅਫਸਰ ਹੋਣਗੇ ਜਿਹੜੇ ਉਹਨਾਂ ਤੋਂ ਸੀਨੀਅਰ ਵੀ ਹੋਣਗੇ, ਜਿਨ੍ਹਾਂ ਦੇ ਉੱਤੇ ਜਦੋਂ ਉਹ ਆ ਕੇ ਬਹਿਣਗੇ ਤੇ ਉਹਨਾਂ ਦੀ ਕਈ ਪ੍ਰੋਬਲਮ ਆਉਣਗੀਆਂ। ਫਿਰ ਉਹਨਾਂ ਦਾ ਪਿਛਲਾ ਕਾਰ ਵਿਹਾਰ ਜਿਹੜਾ ਕਈ ਕੁਝ ਵੇਖਣਾ ਹੁੰਦਾ ਪਾਰਟੀਆਂ ਨੇ। ਜਿੱਥੋਂ ਤੱਕ ਡਾਕਟਰ ਨਿੱਜਰ ਨੂੰ ਮਹਿਕਮਾ ਦੇਣ ਦੀ ਗੱਲ ਆ, ਤੁਹਾਨੂੰ ਯਾਦ ਹੋਣਾ ਜਿਹੜਾ ਮਹਿਕਮਾ ਉਹਨਾਂ ਨੂੰ ਮਿਲਿਆ ਨਾ ਸਥਾਨਕ ਸਰਕਾਰਾਂ ਦਾ, ਇਹ ਕੋਈ ਛੋਟਾ ਮਹਿਕਮਾ ਨਹੀਂ ਆ। ਇਹ ਜਦੋਂ ਨਵਜੋਤ ਸਿੱਧੂ ਕੋਲੋਂ ਵਾਪਸ ਲਿਆ ਗਿਆ ਸੀ ਤੇ ਉਹਨਾਂ ਨੂੰ ਪਾਵਰ ਮਿਨਿਸਟਰ ਬਣਾਉਣ ਦੀ ਗੱਲ ਕਹੀ ਗਈ ਸੀ ਤੇ ਉਹ ਛੱਡ ਕੇ ਬਾਹਰ ਹੋ ਗਏ ਸੀ ਕਿ ਮੈਂ ਹੋਰ ਜੋ ਮਰਜ਼ੀ ਹੋ ਜਾਏ ਮੈਂ ਇਹ ਮਹਿਕਮਾ ਨਹੀਂ ਛੱਡੂੰਗਾ। ਯਾਨੀ ਕਿ ਇਹ ਮਹਿਕਮਾ ਜਿਹੜਾ ਆਪਣੇ ਆਪ 'ਚ ਬੜਾ ਮਹੱਤਵਪੂਰਨ ਮਹਿਕਮਾ। ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਡਾਕਟਰ ਨਿੱਜਰ ਨੂੰ ਕੋਈ ਬਹੁਤਾ ਵੱਡਾ ਮਹਿਕਮਾ ਨਹੀਂ ਦਿੱਤਾ। ਬਾਕੀ ਗੱਲਾਂ ਆਪਾਂ ਫਿਰ ਇਕੱਲੇ ਦੀ ਫਿਰ ਕਰਦੇ ਹਾਂ। ਪਹਿਲਾਂ ਤੁਸੀਂ ਇੱਥੇ ਕਮੈਂਟ ਦੇ ਲਓ। ਜਿਹੜੀ ਤੁਸੀਂ ਇਹ ਗੱਲ ਕੀਤੀ ਆ ਨਾ ਕਿ ਨਾ ਤਾਂ ਸੀਨੀਅਰਟੀ ਦੇਖਣ ਦੀ ਲੋੜ ਆ, ਨਾ ਬੌਧਿਕਤਾ ਦੇਖਣ ਦੀ ਲੋੜ ਆ। ਨਹੀਂ, ਬੌਧਿਕਤਾ ਨਹੀਂ ਮੈਂ ਕਿਹਾ, ਬੌਧਿਕਤਾ ਮੈਂ ਕਿਹਾ, ਮੈਂ ਕਿਹਾ ਪਾਰਟੀ ਨੇ ਬੌਧਿਕਤਾ ਨੂੰ ਇਗਨੋਰ ਕਰਕੇ ਸਧਾਰਨਤਾ ਨੂੰ ਪਹਿਲ ਦਿੱਤੀ, ਇਹ ਅਸੀਂ ਕਹਿ ਰਹੇ ਹਾਂ। ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਬੌਧਿਕਤਾ ਨਹੀਂ ਚਾਹੀਦੀ। ਬੌਧਿਕਤਾ ਨਹੀਂ, ਮੈਂ ਸਮਝ ਗਿਆ ਤੁਹਾਡੀ ਗੱਲ, ਤੁਸੀਂ ਇਹ ਕਹਿ ਰਹੇ ਆ, ਪਰ ਉਹਨਾਂ ਨੇ ਤਾਂ ਪਹਿਲ ਜਿਹੜੀ ਆ ਉਹ ਬੌਧਿਕਤਾ ਨੂੰ ਨਹੀਂ ਨਾ ਦਿੱਤੀ। ਗੱਲ ਤਾਂ ਇਹ ਆ ਕਿ ਉਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਆ ਨਾ, ਖਾਸ ਕਰਕੇ ਇਹਦਾ ਕ੍ਰਾਈਟੇਰੀਆ ਇਹ ਆ ਕਿ ਜਿਹੜਾ ਲਿਫ ਜਾਂਦਾ ਨਾ ਸਾਡੇ ਅੱਗੇ ਉਹਨੂੰ ਹੀ ਅੱਗੇ ਲਿਆਓ। ਜਿਹੜਾ ਕਣੀ ਵਾਲਾ ਹੈਗਾ ਜਾਂ ਜਿਹਦੇ ਪੱਲੇ ਸਮਝ ਜ਼ਿਆਦਾ ਹੈਗੀ ਆ ਉਹਨੂੰ ਲਿਆ ਕੇ ਉਹ ਸਾਡੇ ਲਈ ਮੁਸ਼ਕਲਾਂ ਖੜੀਆਂ ਕਰ ਦੇਗਾ। ਮੈਨੂੰ ਲੱਗਦਾ ਇਦਾਂ ਦਾ ਇਹਦਾ ਰਵੱਈਆ ਹੈ। ਨਹੀਂ ਤਾਂ ਦੇਖੋ, ਇੰਦਰਬੀਰ ਸਿੰਘ ਨਿੱਜਰ ਹੋਰਾਂ ਨੂੰ ਲੋਕੀ ਜਾਣਦੇ ਆ, ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਇੱਕ ਸ਼ਖਸੀਅਤ ਆ। ਜਿਵੇਂ ਕਿਹਾ ਬਈ ਉਹ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵੀ ਨੇ, ਬੜੀ ਠਹਿਰੀ ਹੋਈ ਸ਼ਖਸੀਅਤ ਨੇ। ਪ੍ਰੋਟਮ ਸਪੀਕਰ ਦੇ ਤੌਰ ਤੇ ਉਹਨਾਂ ਦੀ ਭੂਮਿਕਾ ਬਹੁਤ ਵਧੀਆ ਰਹੀ। ਅਮਨ ਅਰੋੜਾ ਜਿਹੜੇ ਆ ਉਹ ਦੂਜੀ ਵਾਰੀ MLA ਬਣੇ ਆ ਔਰ ਸੱਚੀ ਮੁੱਚੀ ਉਹਨਾਂ ਦੇ ਪੱਲੇ ਪੋਲੀਟੀਕਲ ਮੈਚੋਰਿਟੀ ਹੈਗੀ ਆ। ਪਰ ਆ ਜਿਹੜੇ ਦੂਜੇ ਤਿੰਨ ਜਣੇ ਨੇ, ਚੇਤਨ ਸਿੰਘ, ਫੌਜਾ ਸਿੰਘ ਫਰਾਰੀ ਤੇ ਅਨਮੋਲ ਗਗਨ ਮਾਨ, ਇਹ ਬਿਲਕੁਲ ਨਵੇਂ ਆ, ਗੈਰ ਤਜਰਬਾਕਾਰ ਨੇ, ਇਹਨਾਂ ਨੂੰ ਕੋਈ ਤਜਰਬਾ ਵੀ ਨਹੀਂ ਹੈ। ਔਰ ਤਜਰਬੇ ਦਾ ਮੁੱਲ ਗਿੱਲ ਸਾਹਿਬ ਪੈਂਦਾ ਆ ਔਰ ਪੈਣਾ ਚਾਹੀਦਾ ਆ ਕਿ ਜਿਨ੍ਹਾਂ ਨੇ ਅਸੈਂਬਲੀ ਦੇ ਵਿੱਚ ਡਿਪਟੀ ਲੀਡਰ ਦੀ ਭੂਮਿਕਾ ਨਿਭਾਈ ਆ ਜਾਂ ਪਾਰਟੀ ਦੇ ਵਿੱਚ ਹੋਰ ਕੋਈ ਭੂਮਿਕਾ ਨਿਭਾਈ ਆ, 5 ਸਾਲ ਜਿਹੜੇ MLA ਵੀ ਰਹੇ ਨੇ, ਉਹਨਾਂ ਨੂੰ ਛੱਡ ਕੇ ਜਦੋਂ ਤੁਸੀਂ ਇੱਕ ਨਵੇਂ ਬੰਦੇ ਨੂੰ ਲੈਂਦੇ ਆ ਤਾਂ ਫਿਰ ਕਿੰਤੂ ਪਰੰਤੂ ਹੁੰਦੇ ਨੇ। ਬਾਕੀ ਸਾਨੂੰ ਨਿੱਜੀ ਤੌਰ ਦੇ ਉੱਤੇ ਇਹਨਾਂ ਨਾਲ ਕੋਈ ਲਾਕਾ ਦੇਕਾ ਨਹੀਂ ਹੈ। ਇਹ ਆਮ ਆਦਮੀ ਪਾਰਟੀ ਦਾ ਮਸਲਾ ਆ ਔਰ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੋਏਗੀ, ਇਹਨਾਂ ਦੀ ਜਿਹੜੀ ਕਾਰਕਰਦਗੀ ਹੋਏਗੀ, ਉਹਦੇ ਆਧਾਰ ਦੇ ਉੱਤੇ ਲੋਕ ਵੀ ਨਿਰਣਾ ਕਰਦੇ ਰਹਿਣਗੇ ਤੇ ਅਸੀਂ ਵੀ ਕਰਦੇ ਰਵਾਂਗੇ। ਬਿਲਕੁਲ ਪ੍ਰੋਫੈਸਰ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਪਾਰਟੀ ਦਾ ਮਸਲਾ ਹੈ, ਉਹਨਾਂ ਨੇ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਇਹ ਉਹਨਾਂ ਦੇਖਣਾ ਹੈ। ਪਰ ਕਿਤੇ ਨਾ ਕਿਤੇ ਆਮ ਲੋਕਾਂ ਦੀ ਰਾਏ ਹੁੰਦੀ ਕਿ ਜਸਟਿਸ ਹੁੰਦਾ ਵੀ ਨਜ਼ਰ ਆਉਣਾ ਚਾਹੀਦਾ ਆ। ਜਿੱਦਾਂ ਆਪਾਂ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ, ਕਿਤੇ ਨਾ ਕਿਤੇ ਇੱਦਾਂ ਲੱਗਣਾ ਚਾਹੀਦਾ ਹੈ ਕਿ ਜਿਹੜੇ ਬਾਕੀ ਮੈਂਬਰ ਨੇ ਉਹ ਵੀ ਚੁਣੇ ਹੋਏ ਗਏ ਨੇ, ਉਹਨਾਂ ਨਾਲ ਵੀ ਜਸਟਿਸ ਹੋਵੇ। ਤੇ ਬਾਕੀ ਹੁਣ 92 ਵਿਅਕਤੀ ਨੇ, 92 ਦੇ 92 ਤੋਂ ਉਹਨਾਂ ਬਣਾਉਣੇ ਨਹੀਂ। ਜੇ ਆਪਾਂ ਇਸ ਚੀਜ਼ ਨੂੰ ਫਿਰ ਇੱਕ ਵਾਰੀ ਪਰਖੀਏ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬੌਧਿਕਤਾ ਨੂੰ ਪਹਿਲ ਨਹੀਂ ਮਿਲੀ, ਜਿਹੜੇ ਪਹਿਲੇ 9 ਬਣੇ ਸੀ, ਜੇ ਆਪਾਂ ਵੇਖੀਏ ਤੇ ਬੌਧਿਕ ਪੱਧਰ ਉੱਥੇ ਵੀ ਨਹੀਂ ਪਰਖਿਆ ਗਿਆ। ਉਹਨਾਂ ਵਿੱਚ ਵੀ 3 10ਵੀਂ ਪਾਸ ਸੀਗੇ, ਕੁਝ 1+2 ਸੀਗੇ, ਕੁਝ ਇੱਕ ਇੱਦਾਂ ਸੀਗੇ। ਉਹਨਾਂ ਦੇ ਵਿੱਚ ਨਾ ਹੀ ਕੋਈ ਬਹੁਤੇ ਸਿਆਸੀ ਸੂਝ ਰੱਖਣ ਵਾਲੇ ਬਹੁਤੇ ਵਿਅਕਤੀ ਸੀਗੇ ਤੇ ਨਾ ਹੀ ਕੋਈ ਮਤਲਬ ਉਹਨਾਂ ਦਾ ਤਜਰਬਾ ਸੀਗਾ। ਪਾਰਟੀ ਨੇ ਜਿਹੜੀ ਗੱਲ ਤੁਸੀਂ ਕਹੀ ਆ, ਸ਼ਾਇਦ ਇਹ ਕ੍ਰਾਈਟੇਰੀਆ ਇਸ ਕਰਕੇ ਵੀ ਬਣਾਇਆ ਹੋਇਆ ਕਿ ਕੋਈ ਵੀ ਵਿਅਕਤੀ ਜਿਹੜਾ ਸਾਡੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦਾ, ਉਹਨੂੰ ਅਸੀਂ ਉੱਥੇ ਨਹੀਂ ਲਾਉਣਾ। ਇਹ ਗੱਲ ਮੈਂ ਤੁਹਾਡੀ ਨਾਲ ਪੂਰੀ 100% ਸਹਿਮਤ ਹਾਂ। ਤੇ ਮੈਂ ਵੀ ਇਹੀ ਗੱਲ ਕਹੀ ਹੈ ਜੀ। ਤੇ ਹੁਣ ਜਿਹੜੇ ਪਹਿਲੇ ਕੋਈ ਜ਼ਿਆਦਾ ਤਜਰਬੇ ਵਾਲੇ ਜਾਂ ਜ਼ਿਆਦਾ ਐਜੂਕੇਸ਼ਨ ਵਾਲੇ ਜਾਂ ਜ਼ਿਆਦਾ ਕੁਆਲੀਫਾਈਡ ਨਹੀਂ ਬਣਾਏ ਤੇ ਹੁਣ ਵੀ ਨਹੀਂ ਬਣਾਏ, ਤਾਂ ਇਹ ਦਲੀਲ ਨਹੀਂ ਗੀ ਬਣ ਸਕਦੀ ਕਿ ਪਹਿਲੇ ਵੀ ਜਿਹੜੇ ਆ ਉਹ, ਕਿਉਂਕਿ ਬਹੁਤੇ
ਕੁਆਲੀਫਾਈਡ ਜਾਂ ਬਹੁਤੇ ਤਜਰਬਾਕਾਰ ਨਹੀਂ ਸੀਗੇ। ਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਆ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਹੀ ਇਹ ਹੈਗਾ ਕਿ ਜਿਹੜੇ ਉਹਨਾਂ ਨੂੰ ਝੁੱਕ ਕੇ ਸਲਾਮ ਕਰਦੇ ਆ ਉਹਨਾਂ ਨੂੰ ਤੁਸੀਂ ਮੰਤਰੀ ਬਣਾਓ। ਬਾਕੀ ਜਿਹੜੀ ਐਜੂਕੇਸ਼ਨ ਦੀ ਗੱਲ ਆ ਨਾ ਜੀ, ਜਿਹੜੀ ਫਾਰਮਲ ਐਜੂਕੇਸ਼ਨ ਦੀ ਗੱਲ ਹੈਗੀ ਆ, ਮੈਂ ਮਹਿਸੂਸ ਕਰਦਾ ਕਿ ਪੋਲਿਟਿਕਸ ਦੇ ਵਿੱਚ ਇਹ ਫਾਰਮਲ ਐਜੂਕੇਸ਼ਨ ਜਿਹੜੀ ਆ ਬਹੁਤੀ ਮੈਟਰ ਨਹੀਂ ਕਰਦੀ। ਇਹਦੀ ਉਦਾਹਰਨ ਜਿਹੜੀ ਆ ਜੀ ਉਹ ਮੈਂ ਦੋ ਬੰਦਿਆਂ ਦੀ ਦੇ ਸਕਦਾ ਆ। ਇੱਕ ਗਿਆਨੀ ਜੈਲ ਸਿੰਘ ਜਿਹੜੇ ਆ ਜੀ, ਉਹ ਬਹੁਤ ਸੋਹਣੀ ਪੋਲਿਟਿਕਸ ਕਰਕੇ ਮੁੱਖ ਮੰਤਰੀ ਵੀ ਬਣੇ, ਮੁੱਖ ਮੰਤਰੀ ਰਹੇ ਹੋ। ਔਰ ਹਰਕਿਸ਼ਨ ਸਿੰਘ ਸੁਰਜੀਤ ਮੰਤਰੀਆਂ ਨੂੰ ਤਾਂ ਛੱਡੋ, ਉਹ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣਾਉਣ ਦੇ ਜਾਨੀ ਉਹ ਕਾਬਲ ਸੀਗੇ ਔਰ ਬਣਾਉਂਦੇ ਰਹੇ। ਕਿੰਗ ਮੇਕਰ ਕਹਿ ਲਓ ਉਹਨਾਂ ਨੂੰ, ਪ੍ਰਧਾਨ ਮੰਤਰੀ ਮੇਕਰ ਕਹਿ ਲਓ। ਤੇ ਉਹਨਾਂ ਦੀ ਵੀ ਫਾਰਮਲ ਐਜੂਕੇਸ਼ਨ ਬਹੁਤ ਜ਼ਿਆਦਾ ਨਹੀਂ ਸੀਗੀ। ਸੋ ਇਸ ਕਰਕੇ ਮੈਂ ਫਾਰਮਲ ਐਜੂਕੇਸ਼ਨ ਨੂੰ ਕਿ ਬਹੁਤਾ ਠੀਕ ਆ ਕਿ ਪੜ੍ਹਿਆ ਲਿਖਿਆ ਹੋਵੇ, ਵਧੀਆ ਗੱਲ ਆ, ਪਰ ਫਾਰਮਲ ਐਜੂਕੇਸ਼ਨ ਮੈਟਰ ਨਹੀਂ ਕਰਦੀ। ਮੈਟਰ ਕਰਦੀ ਆ ਕਿ ਉਸ ਬੰਦੇ ਦਾ ਵਿਜ਼ਨ ਕੀ ਆ, ਉਸ ਬੰਦੇ ਦੀ ਸਮਝਦਾਰੀ ਕੀ ਆ, ਉਹ ਆਪਣੇ ਇਤਿਹਾਸ ਨੂੰ, ਆਪਣੇ ਪੰਜਾਬ ਨੂੰ, ਪੰਜਾਬ ਦੀਆਂ ਸਮੱਸਿਆਵਾਂ ਨੂੰ ਇਹ ਕਿੰਨਾ ਕੁ ਸੰਜੀਦਗੀ ਨਾਲ ਉਹ ਸਮਝਦਾ ਆ, ਉਹਦੇ ਪੱਲੇ ਕਿੰਨੀ ਕੁ ਇਮਾਨਦਾਰੀ ਆ, ਉਹ ਇਹਨਾਂ ਮਸਲਿਆਂ ਦੇ ਉੱਤੇ ਕਿੰਨਾ ਕੁ ਵਧੀਆ ਤਰੀਕੇ ਨਾਲ ਚੱਲ ਸਕਦਾ ਆ। ਸੋ ਇਸ ਕਰਕੇ ਮੈਂ ਸਮਝਣਾ ਬਈ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਕ੍ਰਾਈਟੇਰੀਆ ਬੰਦੇ ਦੀ ਜਿਹੜੀ ਸੂਝ ਸਮਝ ਹੈਗੀ ਆ ਉਹ ਬੇਸਿਕ ਹੋਣਾ ਚਾਹੀਦਾ ਆ। ਜਿਹੜੀ ਫਾਰਮਲ ਐਜੂਕੇਸ਼ਨ ਹੈਗੀ ਆ ਇਹ ਕੋਈ ਇਹਦੇ ਉੱਤੋਂ ਦੀ ਨਹੀਂ ਪੈਣੀ ਚਾਹੀਦੀ। ਚਲੋ ਇਹ ਗੱਲ ਆਪਾਂ ਇੱਥੇ ਹੋਰ ਜਿੰਨੀ ਮਰਜ਼ੀ ਗੱਲ ਕਰਦੇ ਜਾਈਏ, ਕਿਉਂਕਿ ਇਹਦੇ ਤੇ ਸਾਡਾ ਅਧਿਕਾਰ ਹੀ ਕੋਈ ਨਹੀਂ ਵੀ ਕਿਹਨੂੰ ਲੈਣਾ ਤੇ ਕਿਹਨੂੰ ਨਹੀਂ ਲੈਣਾ। ਪਰ ਮੈਂ ਤੁਹਾਡੇ ਨਾਲ ਇਸ ਗੱਲ ਦੀ ਬਿਲਕੁਲ ਸਹਿਮਤ ਨਹੀਂ ਆ ਕਿ ਇੱਕ 10ਵੀਂ 8ਵੀਂ ਪੜ੍ਹਿਆ ਬੰਦਾ ਜਿਹੜਾ ਵਾ ਇੱਕ ਚੰਗੇ ਪੜ੍ਹੇ ਲਿਖੇ ਵਿਅਕਤੀ ਨਾਲੋਂ ਜ਼ਿਆਦਾ ਸੂਝਵਾਨ ਹੋ ਸਕਦਾ ਆ। ਜਿੰਨਾ ਮਰਜ਼ੀ ਉਹਦਾ ਵਿਜ਼ਨ ਹੋਵੇ, ਜੋ ਮਰਜ਼ੀ ਹੋਵੇ, ਜਦੋਂ ਬਿਊਰੋਕ੍ਰੇਸੀ ਨਾਲ ਵਾਹ ਪੈਣਾ ਨਾ, ਜਦੋਂ ਉੱਥੇ ਉਹਨਾਂ ਦੇ ਸਾਹਮਣੇ ਜਾ ਕੇ ਬਹਿਣਾ ਆ ਤੇ ਉੱਥੇ ਪਸੀਨੇ ਛੁੱਟ ਜਾਂਦੇ, ਉੱਥੇ ਗੱਲ ਨਹੀਂ ਕਰਨੀ ਆਉਂਦੀ। ਚੰਗੇ ਭਲੇ ਪੜ੍ਹੇ ਲਿਖੇ ਬੰਦੇ ਮੈਂ ਵੇਖਦਾ ਡੀਸੀ ਆਫਿਸ ਦੇ ਅੰਦਰ ਨਹੀਂ ਵੜ ਸਕਦੇ, ਡੀਸੀ ਨੱਕ ਪਾ ਕੇ ਗੱਲ ਨਹੀਂ ਕਰ ਸਕਦੇ। ਤੇ ਆਮ ਭਾਵੇਂ ਉਹ ਮੰਤਰੀ ਦਾ ਅਹੁਦਾ ਪਾਵਰਫੁਲ ਅਹੁਦਾ ਹੋਊਗਾ। ਤੇ ਜੇ ਤੁਸੀਂ ਗਿਆਨੀ ਜੈਲ ਸਿੰਘ, ਮੈਂ ਸੁਰਜੀਤ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਪਹਿਲਾਂ ਹੀ ਬੜੀ ਕੰਟਰੋਵਰਸ਼ੀਅਲ ਫਿਗਰ ਨੇ ਤੇ ਮੈਂ ਨਾ ਹੀ ਉਹਨਾਂ ਬਾਰੇ ਕੋਈ ਬਹੁਤੀ ਗੱਲ ਕਰੂੰਗਾ। ਗੱਲ ਗਿਆਨੀ ਜੈਲ ਸਿੰਘ ਦੀ ਵੀ ਕਰੀਏ ਤਾਂ ਗਿਆਨੀ ਜੈਲ ਸਿੰਘ ਦੀ ਠੀਕ ਆ, ਉਹ ਵੱਡਿਆਂ ਅਹੁਦਿਆਂ ਤੇ ਪਹੁੰਚ ਗਏ ਬਹੁਤ ਸਾਰੇ। ਉਹ ਇਦਾਂ ਹੀ ਪਹੁੰਚਦੇ ਨੇ ਲੋਕ ਜਿਹੜੇ ਝਾੜੂ ਵੀ ਦੇ ਸਕਦੇ ਆ, ਜਿਹੜੇ ਕਿਸੇ ਦੀ ਜੁੱਤੀ ਚੁੱਕ ਕੇ ਚੱਪਲ ਵੀ ਪਾ ਸਕਦੇ ਆ। ਉਹਨਾਂ ਦੇ ਗੁਣ ਉਹੋ ਹੀ ਰਹੇ ਨੇ। ਜੇ ਉਹਨਾਂ ਦਾ ਵਿਜ਼ਨ ਹੁੰਦਾ ਤੇ ਗਿਆਨੀ ਜੈਲ ਸਿੰਘ ਹੀ ਸਿੱਖਾਂ ਦੇ ਇਸ ਵੇਲੇ ਸਿਰਮੌਰ ਆਗੂਆਂ ਦੇ ਤੌਰ ਤੇ ਜਾਣੇ ਜਾਂਦੇ। ਉਹਨਾਂ ਦੇ ਅਸੀਂ ਵੱਡੇ ਵੱਡੇ ਦਿਨ ਮਨਾਇਆ ਕਰਦੇ। ਗਿਆਨੀ ਜੈਲ ਸਿੰਘ ਨੂੰ ਲੋਕ ਬਹੁਤ ਜ਼ਿਆਦਾ ਉਹਨਾਂ ਦੇ ਜਿਹੜਾ ਤੁਸੀਂ ਕਿਹਾ ਨਾ ਵਾਹਵਾ ਹੀ ਕਰਕੇ, ਵਧੀਆ ਸਿਆਸਤ, ਕੋਈ ਉਹ ਕੰਮ ਦੀ ਸਿਆਸਤ ਨਹੀਂ ਕਰਕੇ, ਡੰਗ ਟਪਾਊ ਸਿਆਸਤ ਕਰਕੇ। ਜੇ ਉਹ ਵਾਕਿਆ ਹੀ ਵਿਜ਼ਨ ਹੁੰਦਾ ਉਹਨਾਂ ਦਾ ਤੇ ਉਹ ਪੰਜਾਬ ਲਈ ਬਿਹਤਰ ਸਥਿਤੀਆਂ ਪੈਦਾ ਕਰ ਸਕਦੇ ਸੀ। ਜਦੋਂ ਸਿੱਖ ਕੌਮ ਤੇ ਭੀੜ ਬਣੀ ਸੀ ਉਹ ਬਿਹਤਰ ਪਰਫਾਰਮ ਕਰ ਸਕਦੇ ਸੀਗੇ। ਉਹਨਾਂ ਦੇ ਬਾਰੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਬਹੁਤ ਵਧੀਆ ਡਿਬੇਟ ਕਰ ਰਹੇ ਆਪਾਂ, ਡਿਬੇਟ ਦੇ ਤੌਰ ਤੇ ਲਿਓ ਇਹਨੂੰ। ਮੇਰੇ ਨਿੱਜੀ ਵਿਚਾਰ ਹੈ ਤੁਹਾਡੇ ਆਪਣੇ। ਮੈਂ ਇਹ ਬਿਲਕੁਲ ਨਹੀਂਗਾ ਕਹਿੰਦਾ ਤੇ ਨਾ ਹੀ ਮੈਂ ਗਿਆਨੀ ਜੈਲ ਸਿੰਘ ਨੂੰ ਡਿਸਕਸ ਕਰਦਾ, ਨਾ ਹੀ ਹਰਕਿਸ਼ਨ ਸਿੰਘ ਸੁਰਜੀਤ ਨੂੰ ਡਿਸਕਸ ਕਰਦਾ ਆ। ਮੈਂ ਕਹਿਣਾ ਇਹ ਚਾਹੁੰਦਾ ਆ ਕਿ ਉਹ ਫਾਰਮਲ ਐਜੂਕੇਸ਼ਨ ਉਹਨਾਂ ਦੀ ਭਾਵੇਂ ਘੱਟ ਸੀਗੀ ਪਰ ਉਹਨਾਂ ਨੂੰ ਸਿਆਸਤ ਦੀ ਸਮਝ ਸੀਗੀ। ਇੱਕ ਜੀਵਨ ਸਿੰਘ ਉਮਰਾ ਨੰਗਲ ਸਾਡੇ ਮੰਤਰੀ ਰਹੇ ਆ ਪੰਜਾਬ ਦੇ, ਉਹ ਰੈਵਨਿਊ ਮਿਨਿਸਟਰ ਹੁੰਦੇ ਸੀਗੇ ਤੇ ਉਹਨਾਂ ਦੇ ਥੱਲੇ ਕੋਈ ਤਲਵਾਰ ਜਿਹੜਾ ਹੈਗਾ ਨਾ ਉਹ ਸੈਕਟਰੀ ਹੁੰਦਾ ਸੀਗਾ ਮਹਿਕਮੇ ਦਾ। ਹਾਂਜੀ। ਤੇ ਉਹਨਾਂ ਨੂੰ ਤਲਵਾਰ ਨੇ ਪਤਾ ਨਹੀਂ ਕੋਈ ਗਲਤ ਉਹਨਾਂ ਕੋਲ ਫਾਈਲ ਪੁੱਟ ਕੀਤੀ ਤਾਂ ਉਮਰਾ ਨੰਗਲ ਨੇ ਕਿਹਾ ਕਿ ਕਹਿੰਦਾ ਤਲਵਾਰ ਮੈਂ ਲੋਕਾਂ ਵੱਲੋਂ ਚੁਣ ਕੇ ਆਇਆ ਵਾਂ ਤੇ ਤੂੰ ਨਾ ਮਤਲਬ ਜਿਹੜੀ ਗੱਲ ਹੈਗੀ ਆ ਉਹ ਇਨਸਾਫ ਵਾਲੀ ਕਰ। ਤੇ ਇੱਥੇ ਉਮਰਾ ਨੰਗਲ ਦੀ ਚੱਲੇਗੀ ਕਿਉਂਕਿ ਉਮਰਾ ਨੰਗਲ ਲੋਕਾਂ ਦਾ ਨੁਮਾਇੰਦਾ ਆ ਤੇ ਇੱਥੇ ਤਲਵਾਰ ਦੀ ਜਿਹੜੀ ਆ ਉਹ ਨਹੀਂ ਚੱਲੂਗੀ। ਤੇ ਬਾਕੀ ਜਿਹੜੀ ਗੱਲ ਤੁਸੀਂ ਸੁਰਜੀਤ ਉਹਨਾਂ ਦੀ ਕਰਦੇ ਆ, ਕੰਟਰੋਵਰਸੀਆਂ 100 ਹੋਣ। 1967 ਦੇ ਵਿੱਚ ਉਹ ਜਿਹੜੀ ਗਵਰਨਮੈਂਟ ਬਣੀ ਸੀਗੀ ਯੂਨਾਈਟਿਡ ਫਰੰਟ ਦੀ, ਉਹਦੇ ਕਨਵੀਨਰ ਸੀਗੇ ਔਰ ਉਹਦਾ ਮੁੱਖ ਮੰਤਰੀ ਜਿਹੜਾ ਉਹ ਜਸਟਿਸ ਗੁਰਨਾਮ ਸਿੰਘ ਸੀਗਾ। ਤੇ ਉਦੋਂ ਬਿਊਰੋਕ੍ਰੇਸੀ ਵੀ ਥੱਲੇ ਸੀਗੀ। ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਆ ਉਸ ਗਵਰਨਮੈਂਟ ਨੇ ਲੋਕ ਪੱਖੀ ਕੀਤੇ ਸੀਗੇ ਔਰ ਜਿਹਦੇ ਵਿੱਚ ਕੋਈ ਬਹੁਤ ਜਿਹੜੇ ਐਜੂਕੇਟਿਡ ਬੰਦੇ ਆ ਉਹਨਾਂ ਦਾ ਬਹੁਤਾ ਵੱਡਾ ਰੋਲ ਨਹੀਂ ਸੀਗਾ। ਸੋ ਇਹ ਤਾਂ ਗੱਲ ਗਈ। ਹੁਣ ਆਪਾਂ ਡੀਜੀਪੀ, ਚੀਫ ਸੈਕਟਰੀ ਤੇ ਬਲਤੇਜ ਪੰਨੂ ਹੋਰਾਂ ਦੀ ਵੀ ਨਹੀਂ ਥੋੜੀ ਜਿਹੀ ਹੋਰ ਗੱਲ ਕਰ ਲਈਏ, ਸਮਾਂ ਆਪਣੇ ਕੋਲ ਹੈ, ਥੋੜੀ ਜਿਹੀ ਹੋਰ ਗੱਲ ਕਰ ਲਈਏ।
ਜੀ ਜੀ ਦੋ ਤਿੰਨ ਗੱਲਾਂ ਤੇ ਬਹੁਤ ਜ਼ਰੂਰੀ ਨੇ ਇਸ ਜਿਹੜੀ ਕੈਬਨਿਟ ਬਣੀ ਇਹਦੇ ਵਿੱਚ ਕਰਨ ਵਾਲੀਆਂ। ਤੁਸੀਂ ਸ਼ੁਰੂ 'ਚ ਇਸ਼ਾਰਾ ਕਰਤਾ ਸੀਗਾ ਕਿ ਇੱਕ ਮੰਤਰੀ ਨੂੰ ਸ਼ਾਇਦ ਥੋੜਾ ਜਿਹਾ ਡਿਮੋਟ ਕੀਤਾ ਗਿਆ। ਮੀਤ ਹੇਰ ਉਹਨਾਂ ਦੇ ਬੜੇ ਸੁਲਝੇ ਹੋਏ ਪੁਰਾਣੇ ਤੇ ਇੱਕ ਸਿਆਸਤਦਾਨ ਨੇ ਜਿਨ੍ਹਾਂ ਨੂੰ ਉਹਨਾਂ ਦੀ ਕੇਂਦਰ ਦੀ ਲੀਡਰਸ਼ਿਪ ਵੀ ਜਿਹੜੀ ਆ ਉਹ ਚੰਗਾ ਮੰਨਦੀ ਰਹੀ ਆ, ਪਰ ਨਾਲ ਦੀ ਨਾਲ ਪੰਜਾਬ ਵਿੱਚ ਵੀ ਉਹਨਾਂ ਦਾ ਰੋਲ ਜਿਹੜਾ ਉਹ ਬੜਾ ਪੋਜ਼ਿਟਿਵ ਰਿਹਾ। ਬਹੁਤ ਵਾਰੀ ਭਗਵੰਤ ਸਿੰਘ ਮਾਨ ਧਰਾਂ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਇਲੈਕਸ਼ਨਾਂ ਤੋਂ ਪਹਿਲਾਂ ਵੀ, ਜਦੋਂ ਲਗਾਤਾਰ ਉਹ ਖੜੇ ਰਹੇ ਪਾਰਟੀ ਦੇ ਨਾਲ। ਦਰਅਸਲ ਗੱਲ ਇਹ ਆ ਕਿ ਪਾਰਟੀ ਦੇ ਤਿੰਨ ਅਹਿਮ ਮੁੱਦੇ ਨੇ, ਇਹ ਤਿੰਨ ਜਾਂ ਚਾਰ ਕਹਿ ਲਓ। ਇੱਕ ਉਹਨਾਂ ਦਾ ਅਹਿਮ ਮੁੱਦਾ ਕਰਪਸ਼ਨ ਫ੍ਰੀ ਸੁਸਾਇਟੀ ਬਣਾਉਣਾ, ਭਾਵੇਂ ਉਹ IAS ਅਫਸਰ ਹੋਣ, ਭਾਵੇਂ ਪੋਲੀਟੀਸ਼ੀਅਨ ਹੋਣ ਤੇ ਭਾਵੇਂ ਕੋਈ ਮੁਲਾਜ਼ਮ ਹੋਣ। ਉਹਨਾਂ ਨੇ ਇਹ ਤਹਈਆ ਕੀਤਾ ਜਾਂ ਦਿਖਦਾ ਹੈ ਘੱਟੋ ਘੱਟ ਕੀਤਾ ਕਿ ਅਸੀਂ ਕਰਪਸ਼ਨ, ਤੁਸੀਂ ਹੁਣ ਇਹ ਦਲੀਲ ਨਾ ਦਿਓ ਕਿ ਉਹਨਾਂ ਆਪ ਪੈਸੇ ਲੈ ਕੇ ਸੀਟਾਂ ਵੰਡੀਆਂ ਨੇ, ਉਹ ਵੱਖਰੀ ਕਹਾਣੀ ਆ। ਪਰ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੈ ਸਰ, ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੈ ਨਾ, ਚਲੋ ਮੇਰੀ ਗੱਲ ਪੂਰੀ ਹੋ ਲੈਣ ਦਿਓ, ਆਪਾਂ ਡਿਬੇਟ ਹੀ ਕਰ ਰਹੇ ਹਾਂ। ਉਹਨਾਂ ਦੀ ਇੱਕ, ਉਹਨਾਂ ਨੇ ਲੋਕਾਂ 'ਚ ਇਹ ਗੱਲ ਦਿੱਤੀ ਆ ਕਿ ਅਸੀਂ ਕਰਪਸ਼ਨ ਜ਼ੀਰੋ ਟੋਲਰੈਂਸ। ਦੂਜੀ ਉਹਨਾਂ ਦੀ ਪ੍ਰਾਇੋਰਟੀ ਸੀ ਹੈਲਥ ਤੇ ਐਜੂਕੇਸ਼ਨ, ਇਹਨਾਂ ਨੂੰ ਅਸੀਂ ਟੌਪ ਪ੍ਰਾਇੋਰਟੀ ਦੇਵਾਂਗੇ ਆਉਣ ਤੋਂ ਬਾਅਦ। ਤੇ ਤੀਜਾ ਉਹਨਾਂ ਦਾ ਨਾਰਾ ਸੀਗਾ ਬਦਲਾਓ। ਬਦਲਾਅ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਬਦਲ ਕੇ ਇੱਕ ਨਵੇਂ ਚਿਹਰੇ ਲਿਆ ਕੇ ਬਿਠਾ ਦਿੱਤੇ। ਹੁਣ ਉਹਨਾਂ ਦਾ ਪਰਫਾਰਮੈਂਸ ਦਾ ਟਾਈਮ ਸੀਗਾ। ਮੈਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀ, ਮੈਨੂੰ ਨਹੀਂ ਪਤਾ ਪ੍ਰੈਸ ਸਾਹਿਬ ਤੁਸੀਂ ਕਦੀ ਮਹਿਸੂਸ ਕੀਤਾ ਹੋਵੇ ਕਿ ਨਾ ਕੀਤਾ ਹੋਵੇ, ਜਦੋਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਗੱਲ ਕਰਦੇ ਰਹੇ ਹਾਂ ਕਿ 2-3 ਮੰਤਰੀ ਸਾਨੂੰ ਕੰਮ ਕਰਦੇ ਦਿਸਦੇ ਨੇ, ਪਰ ਮੀਤ ਹੇਰ ਜਿਹੜਾ ਮਹਿਕਮਾ ਬੜਾ ਇੰਪੋਰਟੈਂਟ ਮਹਿਕਮਾ ਨੂੰ ਦਿੱਤਾ ਗਿਆ ਐਜੂਕੇਸ਼ਨ ਦਾ, ਜਿਹੜਾ ਪਾਰਟੀ ਦੇ ਏਜੰਡੇ ਤੇ ਟੌਪ ਪ੍ਰਾਇੋਰਟੀ ਰੱਖਦਾ, ਉਹ ਕਿਤੇ ਨਾ ਕਿਤੇ ਮੈਨੂੰ ਢਿੱਲੇ ਢਾਲੇ ਨਜ਼ਰ ਆ ਰਹੇ ਸੀਗੇ। ਇਹਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਆ, ਮੈਨੂੰ ਨਹੀਂ ਪਤਾ ਕੀ ਵਜ੍ਹਾ ਹੋਏਗੀ, ਕਿਉਂ ਨਹੀਂ ਕੀਤਾ। ਕਿਉਂਕਿ ਉਹ ਵੈਸੇ ਆਪ ਖੁਦ ਗ੍ਰੈਜੂਏਟ ਨੇ, ਮੈਂ ਵੀ ਨਹੀਂ ਕਹਿੰਦਾ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ। ਗ੍ਰੈਜੂਏਟ ਹੋਣਾ ਅੱਜ ਕੱਲ੍ਹ ਬੇਸਿਕ ਐਜੂਕੇਸ਼ਨ ਦਾ ਹੀ ਮੰਨੀ ਜਾਂਦੀ ਆ। ਕੋਈ ਉਹਨਾਂ ਕੋਲ ਮਤਲਬ ਵਿਸ਼ੇਸ਼ ਐਜੂਕੇਸ਼ਨ ਨਹੀਂ ਹੈ ਕਿ ਉਹਨਾਂ ਨੇ ਲਾ ਕੀਤਾ ਆ ਜਾਂ ਕੋਈ ਪ੍ਰੋਫੈਸ਼ਨਲ ਡਿਗਰੀ ਆ ਉਹਨਾਂ ਕੋਲ, ਜਾਂ ਉਹਨਾਂ ਕੋਲ ਕੋਈ ਹੋਰ ਪੋਸਟ ਗ੍ਰੈਜੂਏਸ਼ਨ ਆ ਜਾਂ ਕੋਈ ਇਸ ਤਰ੍ਹਾਂ ਦਾ। ਭਾਵੇਂ ਉਹ ਗ੍ਰੈਜੂਏਟ ਹੀ ਸੀਗੇ, ਪਰ ਪਾਰਟੀ 'ਚ ਉਹਨਾਂ ਦਾ ਅੱਛਾ ਨਾਂ ਸੀਗਾ। ਪਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਜਿੱਦਾਂ ਅਨਮੋਲ ਗਗਨ ਮਾਨ ਦੇ ਹਿਸਾਬ ਨਾਲ ਤੁਸੀਂ ਗੱਲ ਕੀਤੀ ਆ ਕਿ ਪਾਰਟੀ ਵਿੱਚ ਜਿਹੜੀਆਂ, ਵੇਖੋ ਇਹ ਵੀ ਇੱਕ ਕਿਸਮ ਦੀ ਕਰਪਸ਼ਨ ਹੈ। ਮੈਂ ਸਮਝਦਾ ਜੇ ਭਤੀਜੇ ਨੂੰ ਨਹੀਂ ਬਣਾਇਆ ਤੇ ਫਰੈਂਡ ਨੂੰ ਬਣਾਤਾ, ਜੇ ਉਹ ਡਿਜ਼ਰਵ ਨਹੀਂ ਕਰਦਾ ਜਾਂ ਅੰਗਲੀ ਸੰਗਲੀ ਤੁਹਾਡੇ ਨਾਲ ਕੋਈ ਸਾਂਝ ਰੱਖਦਾ, ਆਪਾਂ ਬਲਤੇਜ ਪੰਨੂ ਦੇ ਕੇਸ ਵੀ ਅੱਗੇ ਜਾ ਕੇ ਗੱਲ ਕਰ ਲਾਂਗੇ, ਤੇ ਉਹਨੂੰ ਤੁਸੀਂ ਉਸ ਅਹੁਦੇ ਤੇ ਬਿਠਾ ਦਿਓ ਜਿਸ ਅਹੁਦੇ ਤੇ ਉਹ ਸ਼ਾਇਦ ਉਹਦਾ ਕੈਲੀਬਰ ਨਾ ਹੋਵੇ। ਇਹ ਵੀ ਇੱਕ ਕਿਸਮ ਦੀ ਕਰਪਸ਼ਨ ਹੈ ਮੈਂ ਸਮਝਦਾ। ਤੇ ਦੂਜੇ ਪਾਸੇ ਇਹ ਹੋਇਆ ਕਿ ਹਰਜੋਤ ਬੈਂਸਰੀ, ਜਿਹੜੇ ਲੋਕ ਜਾਣਦੇ ਨੇ, ਉਹਨਾਂ ਸਭ ਨੂੰ ਪਤਾ ਹੈ ਕਿ ਉਹ ਕੇਂਦਰੀ ਲੀਡਰਸ਼ਿਪ ਯਾਨੀ ਕਿ ਪਾਰਟੀ ਸੁਪਰੀਮੋ ਦੇ ਬਹੁਤ ਨੇੜੇ ਨੇ। ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ। ਜੇਲ੍ਹ ਮੰਤਰੀ ਵਾਲਾ ਉਹਨਾਂ ਨੂੰ ਇੱਕ ਬੜਾ ਇਹੋ ਜਿਹਾ ਮਹਿਕਮੇ ਦਿੱਤੇ ਸੀ, 2 ਪਹਿਲਾਂ ਵੀ ਪਾਵਰਫੁਲ ਮਹਿਕਮੇ, ਜਿਹੜੇ ਉਹਨਾਂ ਦੀ ਪ੍ਰਾਇੋਰਟੀ ਦਾ ਹਿੱਸਾ ਸੀਗੇ। ਕਿਉਂਕਿ ਜਦੋਂ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਜਾਂ ਉਸ ਸੁਸਾਇਟੀ ਦੀ ਗੱਲ ਕਰਦੇ ਹਾਂ, ਜੇ ਚਮਨ ਚੈਨ ਹੋਵੇ ਤਾਂ ਜੇਲ੍ਹਾਂ ਤੇ ਪੁਲਿਸ ਪ੍ਰਸ਼ਾਸਨ ਬਹੁਤ ਇੰਪੋਰਟੈਂਟ ਹੈ। ਤੇ ਦੂਜਾ ਮਹਿਕਮਾ ਉਹਨਾਂ ਨੂੰ ਦਿੱਤਾ ਸੀ ਜਿਹੜਾ ਬੜੀ ਕੰਟਰਾਵਰਸੀ ਰਹੀ ਆ, ਮਾਈਨਿੰਗ ਦਾ, ਤੇ ਉਹਨਾਂ ਨੇ ਦੋਨਾਂ ਵਿੱਚ ਹੀ ਚੰਗੀ ਪਰਫਾਰਮੈਂਸ ਦਿੱਤੀ। ਤੇ ਕੇਜਰੀਵਾਲ ਦੇ ਨੇੜੇ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਇੱਦਾਂ ਲੱਗਿਆ ਕਿ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਜਿਸ ਤਰ੍ਹਾਂ ਦਾ ਕੇਜਰੀਵਾਲ ਬਦਲਾਅ ਚਾਹੁੰਦੇ ਆ, ਉਹ ਬਿਹਤਰ ਢੰਗ ਨਾਲ ਹਰਜੋਤ ਬੈਂਸ ਜਿਹੜਾ ਉਹ ਲਾਗੂ ਕਰ ਸਕਦਾ। ਸ਼ਾਇਦ ਪਾਰਟੀ ਨੇ ਕਿਤੇ ਨਾ ਕਿਤੇ ਇਹ ਵੇਖਿਆ ਹੋਵੇ, ਮੈਨੂੰ ਇਹ ਗੱਲ ਲੱਗ ਰਹੀ ਆ। ਇਹ ਗੱਲ ਮੈਨੂੰ ਨਹੀਂ ਲੱਗਦੀ, ਮੈਨੂੰ ਇਹ ਗੱਲ ਲੱਗਦੀ ਆ ਕਿ ਜਿਹੜਾ ਸਕੂਲ ਐਜੂਕੇਸ਼ਨ ਵਾਲਾ ਹਿੱਸਾ ਸੀਗਾ, ਮੀਤ ਹੇਰ ਹੁਣੀ ਉਹਦੇ ਵਿੱਚ ਕੋਈ ਬਹੁਤਾ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਸਕੇ, ਉਹਨਾਂ ਨੂੰ ਟੈਕਲ ਨਹੀਂ ਕਰ ਸਕੇ। ਕਿਉਂਕਿ ਸਕੂਲ ਐਜੂਕੇਸ਼ਨ ਜਿਹੜੀ ਆ ਇਹਦੇ ਵਿੱਚ ਭਾਵੇਂ ਕਿ ਹੁਣ ਪਹਿਲੇ ਦਿਨ ਨਹੀਂ ਰਹੇ, ਪਰੰਤੂ ਫਿਰ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਕੂਲ ਐਜੂਕੇਸ਼ਨ ਦੇ ਵਿੱਚ, ਪੁਰਾਣੀ ਗਵਰਨਮੈਂਟ ਟੀਚਰ ਯੂਨੀਅਨ, ਭਾਵੇਂ ਉਹਦੇ ਵੱਖਰੇ ਵੱਖਰੇ ਗਰੁੱਪ ਹੋਣ, ਗਾਂਹ ਹੁਣ ਉਹਨਾਂ ਦੀ ਯੰਗਰ ਪੀੜ੍ਹੀ ਆਈ ਆ, ਗਿਣਤੀ ਉਹਨਾਂ ਦੀ ਭਾਵੇਂ ਘੱਟ ਹੋਵੇ, ਇਹਦੇ ਇੱਕ ਚੇਤਨਤਾ ਜਿਹੜੀ ਆ ਨਾ ਸਕੂਲ ਐਜੂਕੇਸ਼ਨ ਦਾ ਜਿਹੜਾ ਕੇਡਰ ਹੈਗਾ, ਜਿਹੜੇ ਅਧਿਆਪਕ ਨੇ, ਉਹਨਾਂ ਦੇ ਵਿੱਚ ਕੰਪੈਰੇਟਿਵਲੀ ਵੱਧ ਹੈਗੀ ਆ। ਉਹਨਾਂ ਦੀ ਸਕੂਲਿੰਗ ਬਹੁਤ ਹੋਈ ਹੈਗੀ ਆ, ਔਰ ਉਹ ਆਪਣੇ ਜਿਹੜੀਆਂ ਯੂਨੀਅਨਸ ਹੈਗੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਸੈਕਰੀਫਾਈਸ ਵੀ ਹੈਗਾ। ਪਹਿਲੇ ਜਿਹੜੇ ਉਹਨਾਂ ਦੇ ਲੀਡਰ ਆ ਉਹਨਾਂ ਦੀ ਵਿਰਾਸਤ ਵੀ ਉਹਨਾਂ ਦੇ ਕੋਲ ਹੈਗੀ ਆ। ਸੋ ਮੀਤ ਹੇਰ ਮੇਰਾ ਖਿਆਲ ਉਹਨਾਂ ਦੇ ਹਾਣ ਦਾ ਜਿਹੜਾ ਉਹ ਨਹੀਂ ਸਾਬਤ ਹੋ ਸਕਿਆ, ਉਹਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਚੰਗੀ ਤਰ੍ਹਾਂ ਸਮਝ ਸਕਿਆ। ਤੇ ਬਰਨਾਲਾ ਜਿਹੜਾ ਆ ਮੀਤ ਹੇਰ ਦਾ ਘਰ, ਉੱਥੇ ਧਰਨੇ ਮੁਜ਼ਾਹਰੇ ਵੀ ਹੁੰਦੇ ਰਹੇ। ਔਰ ਜਿਹੜੀ ਇਹ ਸਕੂਲ ਐਜੂਕੇਸ਼ਨ ਆ, ਸਕੂਲ ਐਜੂਕੇਸ਼ਨ ਦੇ ਵਿੱਚ ਯੂਨੀਅਨ ਇੰਨੀ ਤਗੜੀ ਰਹੀ ਆ ਕਿ ਐਮਰਜੈਂਸੀ ਦੇ ਦੌਰਾਨ
ਸਰਕਾਰ ਵਿਰੋਧੀ ਯੂਨੀਅਨਾਂ ਜਿਹੜੀਆਂ ਉਹਨਾਂ ਨੇ ਚੋਣ ਜਿੱਤ ਕੇ ਸਾਬਤ ਕੀਤਾ ਸੀਗਾ ਕਿ ਜਿਹੜੇ ਪੜ੍ਹੇ ਲਿਖੇ ਸਿਆਣੇ ਇੰਟੈਲੈਕਚੁਅਲ ਲੋਕ ਆ ਉਹ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਭੁਗਤਦੇ ਹੈਗੇ ਆ। ਸੋ ਮੈਨੂੰ ਲੱਗਦਾ ਇਹ ਆ ਕਿ ਮੀਤ ਹੇਅਰ ਜਿਹੜਾ ਹੈਗਾ ਉਹਦਾ ਭਾਰ ਹੌਲਾ ਕਰਨ ਲਈ ਉਹਨਾਂ ਨੇ ਹਰਜੋਤ ਬੈਂਸ ਦੀ ਜਿਹੜੀ ਪਰਫਾਰਮੈਂਸ ਹੈਗੀ ਆ, ਭਾਵੇਂ ਬਤੌਰ ਜੇਲ੍ਹ ਮੰਤਰੀ ਹੋਵੇ ਜਾਂ ਬਤੌਰ ਇਹ ਜਿਹੜੇ ਇਹਨਾਂ ਦੇ ਖੱਡਾਂ ਵਗੈਰਾ ਦੇ ਮਾਮਲੇ ਹੈਗੇ ਆ ਉਹਨਾਂ ਦੇ ਵਿੱਚ ਹੋਵੇ। ਸੋ ਮੈਂ ਸਮਝਣਾ ਵੀ ਇਹ ਚੰਗੀ ਗੱਲ ਆ, ਜਿੱਥੇ ਕੋਈ ਭਾਰ ਮਹਿਸੂਸ ਕਰੇ, ਬਹੁਤੀ ਵਧੀਆ ਤਰ੍ਹਾਂ ਪਰਫਾਰਮ ਨਾ ਕਰ ਸਕੇ ਤਾਂ ਦੂਜੇ ਮੰਤਰੀ ਨੂੰ ਮਹਿਕਮਾ ਦੇਣ ਦੇ ਵਿੱਚ ਕੋਈ ਹਰਜ ਨਹੀਂ ਹੈ। ਇਹਦੇ ਨਾਲ ਜਿਹੜੇ ਦੂਜੇ ਮੰਤਰੀ ਆ ਉਹਨਾਂ ਨੂੰ ਵੀ ਇੱਕ ਸੰਕੇਤ ਮਿਲਦਾ ਹੈਗਾ ਕਿ ਜੇ ਅਸੀਂ ਆਪਣੇ ਮਹਿਕਮੇ ਨੂੰ ਵਧੀਆ ਤਰ੍ਹਾਂ ਨਾ ਚਲਾਵਾਂਗੇ ਤਾਂ ਸਾਡਾ ਮਹਿਕਮਾ ਬਦਲਿਆ ਵੀ ਜਾ ਸਕਦਾ ਜਾਂ ਸਾਡੀ ਕੈਬਨਿਟ ਤੋਂ ਛੁੱਟੀ ਵੀ ਹੋ ਸਕਦੀ ਆ। ਸੋ ਇਹ ਮੈਨੂੰ ਇਦਾਂ ਲੱਗਦਾ ਜਿਹੜੀ ਮੀਤ ਠੀਕ ਹੇਅਰ ਹੈ, ਦੀ ਇਹ ਤੁਹਾਡੇ ਵਿਚਾਰ ਹੋ ਸਕਦੇ ਸਰ। ਮੈਂ ਤੁਹਾਡੇ ਨਾਲ ਥੋੜਾ ਜਿਹਾ ਡਿਫਰ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ, ਕਿਉਂਕਿ ਤੁਸੀਂ ਟ੍ਰੇਡ ਯੂਨੀਅਨ 'ਚ ਰਹੇ ਹੋ, ਤੁਸੀਂ ਅਧਿਆਪਕਾਂ 'ਚ ਰਹੇ ਹੋ। ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਕੋਈ ਇਦਾਂ ਦਾ ਨਹੀਂ ਕਿ ਕਿਸੇ ਨੂੰ ਠੇਸ ਪਹੁੰਚਾਈ ਜਾਵੇ, ਉਹ ਗੱਲ ਨਹੀਂ ਕਰਨਾ ਚਾਹੁੰਦਾ। ਪਰ ਮੈਂ ਇਹ ਸਮਝਦਾ ਹਾਂ ਕਿ 2-3 ਮਹਿਕਮੇ, ਮੁਲਾਜ਼ਮਾਂ ਨਾਲ ਸੰਬੰਧਿਤ ਮਹਿਕਮਿਆਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਖਤਰਨਾਕ ਮਹਿਕਮਾ ਗਿਣਿਆ ਜਾਂਦਾ ਉਹ ਮਾਸਟਰਾਂ ਦਾ ਮੰਨਿਆ ਜਾਂਦਾ ਆ। ਮੈਂ ਕਾਲਜ ਲੈਵਲ ਦੇ ਅਧਿਆਪਕਾਂ ਦੀ ਗੱਲ ਨਹੀਂ ਕਰ ਰਿਹਾ, ਸਕੂਲ ਲੈਵਲ ਦੇ ਅਧਿਆਪਕਾਂ ਦੀ ਗੱਲ ਕਰ ਰਿਹਾ, ਜਿੱਥੇ ਇੰਟੈਲੈਕਟ ਘੱਟ ਆ ਤੇ ਜਿੱਥੇ ਦੂਜੀ ਤਰ੍ਹਾਂ ਦਾ ਧੱਕੇਸ਼ਾਹੀ ਜ਼ਿਆਦਾ ਆ। ਬਦਲੀਆਂ ਨੂੰ ਲੈ ਕੇ ਆਪਾਂ ਕਹਿੰਦੇ ਆ ਨਾ, ਬੜੇ ਇੰਟੈਲੈਕਚੁਅਲ ਲੋਕ ਆ, ਜਿਹੜੇ ਵੱਡੇ ਵੱਡੇ ਲੋਕ ਆ, ਆਪ ਤੇ ਵਧੀਆ ਵਧੀਆ ਸੀਟਾਂ ਦੇ ਸ਼ਹਿਰਾਂ ਦੇ ਵਿੱਚ ਬੈਠੇ ਆ, ਤੇ ਜਿਹੜੇ ਅਧਿਆਪਕ ਬਾਰਡਰਾਂ ਤੇ ਬੈਠੇ ਉਹਨੂੰ ਸਾਰ ਲੈਣ ਵਾਲਾ ਕੋਈ ਨਹੀਂ ਰਿਹਾ। ਲੀਡਰਸ਼ਿਪ ਮੈਂ ਅਧਿਆਪਕਾਂ ਦੀ ਵੀ ਜਾਣਦਾ, ਤੇ ਦੂਜਾ ਮਹਿਕਮਾ ਹੈਗਾ ਪਟਵਾਰੀਆਂ ਦਾ। ਤੇ ਜਿੰਨੇ ਕੁ ਇੰਟੈਲੈਕਚੁਅਲ ਹੈਗੇ ਆ, 90% ਮਾਸਟਰ ਜਿਹਨੂੰ ਕਿ ਧੰਦਾ, ਦੂਜੇ ਸ਼ਬਦਾਂ ਨੇ ਪੈਸੇ ਦੇ ਕੇ ਬਦਲੀਆਂ ਕਰਾਉਂਦੇ ਹੁੰਦੇ ਸੀਗੇ। ਮੈਂ ਬੜੀ ਨੇੜਿਓਂ ਵੇਖੇ ਹੋਏ ਆ। ਤੁਸੀਂ ਇੰਟੈਲੈਕਚੁਅਲ ਦੇ ਨਾਂ ਥੱਲੇ ਇਹ ਨਾ ਕਹੋ ਕਿ ਉੱਥੇ ਹੋਇਆ ਉਹ ਮਹਿਕਮਾ ਐਡਾ ਮਹਿਕਮਾ, ਮਤਲਬ ਜ਼ਬਰਦਸਤ ਮਹਿਕਮਾ, ਕਿਉਂਕਿ ਉੱਥੇ ਯੂਨੀਅਨ ਭਾਰੀ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ। ਉੱਥੇ ਸਧਾਰਨ ਬੰਦੇ ਦਾ ਚੱਲਣਾ ਵੈਸੇ ਹੀ ਬਹੁਤ ਔਖਾ। ਉੱਥੇ ਚੱਲ ਸਕਦੇ ਸੀ ਤੋਤਾ ਸਿੰਘ ਵਰਗੇ, ਜਿਹੜੇ ਬੰਦਿਆਂ ਦੇ ਲਿਆ ਵੀ ਕਿੱਥੇ ਲੱਗਣਾ, ਕਿੰਨੇ ਪੈਸੇ ਚਾਹੀਦੇ ਆ, ਸੁੱਟ ਇੱਧਰ, ਉੱਥੇ ਕਰ, ਉਹਨੂੰ ਲਾ ਦਾਂਗੇ। ਤੁਸੀਂ ਉਹਨਾਂ ਨੂੰ ਸਿਰਫ ਇੰਟੈਲੈਕਟ ਦੇ ਨਾਂ ਥੱਲੇ ਨਾ ਕਰੋ। ਉੱਥੇ ਸਭ ਕੁਝ ਚੱਲਦਾ ਰਿਹਾ। ਮੈਨੂੰ ਬਹੁਤ ਨੇੜਿਓਂ ਪਤਾ, ਮੈਂ ਵੀ ਇਹ 'ਚ ਕਾਫੀ ਇਨਵੋਲਵ ਰਿਹਾ ਹੋਊਂਗਾ। ਬਹੁਤ ਸਾਰੇ ਅਧਿਆਪਕ ਮੇਰੇ ਦੋਸਤ ਨੇ ਤੇ ਮੈਨੂੰ ਉਹ ਸਾਰਾ ਕੁਝ ਪਤਾ ਜਿੱਦਾਂ ਦਾ ਉੱਥੇ ਕੰਮ ਚੱਲਦਾ। ਤੇ ਦੂਜਾ ਮਹਿਕਮਾ ਹੈਗਾ ਖਤਰਨਾਕ ਰੈਵਨਿਊ ਦਾ, ਜਿੱਥੇ ਪਟਵਾਰੀ, ਤਹਿਸੀਲਦਾਰ, ਜਿਨ੍ਹਾਂ ਨੇ ਹੁਣ ਅਜੇ ਵੀ ਸਰਕਾਰ ਨੂੰ ਵੱਟ ਪਾਇਆ ਹੋਇਆ। ਇਹਨੂੰ ਤੁਸੀਂ ਟ੍ਰੇਡ ਯੂਨੀਅਨ ਦੀ ਤਾਕਤ ਕਹੋਗੇ ਜਾਂ ਇਹਨੂੰ ਗੁੰਡਾਗਰਦੀ ਕਹੋਗੇ? ਜੋ ਕੁਝ ਹੋ ਰਿਹਾ ਹੁਣ, ਨਾਇਬ ਤਹਿਸੀਲਦਾਰ, ਪਟਵਾਰੀ, ਕੀ ਹੈ ਇਹ? ਟ੍ਰੇਡ ਯੂਨੀਅਨ ਤਾਕਤ ਹੈ? ਦੇਖੋ ਜੀ, ਅਧਿਆਪਕਾਂ ਨੂੰ ਤੇ ਰੈਵਨਿਊ ਮਹਿਕਮੇ ਦੇ ਜਿਹੜੇ ਮੁਲਾਜ਼ਮ ਨੇ, ਪਟਵਾਰੀ, ਤੇ ਇਹਨਾਂ ਨੂੰ ਮੇਰਾ ਖਿਆਲ ਇਕੁਏਟ ਕਰਨਾ ਜਿਹੜਾ ਉਹ ਗੈਰ ਵਾਜਬ ਆ। ਅਧਿਆਪਕ ਠੀਕ ਆ, ਮਜਬੂਰੀ 'ਚ ਪੈਸੇ ਦੇ ਕੇ ਵੀ ਬਦਲੀਆਂ ਕਰਾਉਂਦੇ ਹੋਣਗੇ, ਪਰੰਤੂ ਜਿਹੜੇ ਬਹੁਤ ਵੱਡਾ ਹਿੱਸਾ ਹੈਗਾ ਉਹਦਾ, ਉਹ ਇਹਦੇ 'ਚ ਮੈਂ ਮੰਨਦਾ ਕਿ ਸਿਸਟਮ ਦਾ ਹਿੱਸਾ ਨੇ। ਜਿੱਦਾਂ ਦੀਆਂ ਯਥਾ ਰਾਜਾ ਤਥਾ ਪ੍ਰਜਾ, ਜਿੱਦਾਂ ਦੇ ਰਾਜ ਕਰਨ ਵਾਲੇ ਆ ਉੱਦਾਂ ਦੇ ਹੀ ਥੱਲੇ ਪੈਦਾ ਹੋਣੇ ਆ। ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਅਧਿਆਪਕਾਂ ਨੇ ਫਿਰ ਵੀ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਹੈਗਾ, ਔਰ ਉਹਨਾਂ ਨੇ ਜਿਹੜੀ ਗਵਰਨਮੈਂਟ ਟੀਚਰ ਯੂਨੀਅਨ ਇੱਕ ਹਿੱਸਾ ਜਿਹੜਾ ਬੜਾ ਵੱਡਾ ਜਿਹਦਾ ਰੋਲ ਰਿਹਾ ਹੈਗਾ, ਉਹਨਾਂ ਨੇ ਇੱਕ ਸਲੋਗਨ ਦਿੱਤਾ ਹੈਗਾ ਕਿ ਜਨ ਹਿੱਤ ਪ੍ਰਥਮੇ, ਕਿ ਆਪਣੇ ਨਾਲੋਂ ਤੁਸੀਂ ਪਹਿਲਾਂ ਜਿਹੜਾ ਜਨ ਹਿੱਤ ਹੈਗਾ ਜੀ, ਲੋਕਾਂ ਦੀ ਸੇਵਾ ਕਰਨਾ ਤੁਹਾਡਾ ਕੰਮ ਹੈਗਾ। ਤੁਹਾਡਾ ਕੰਮ ਜਿਹੜਾ ਹੈਗਾ ਉਹ ਇਦਾਂ ਦੇ ਕੰਮ ਨਹੀਂ ਕਰਨਾ ਕਿ ਤੁਸੀਂ ਸਕੂਲਾਂ ਵਿੱਚ ਜਾਓ ਨਾ, ਤੁਸੀਂ ਨਸ਼ੇ ਕਰੋ, ਤੁਸੀਂ ਆਪਣੇ ਥਾਂ ਥੋੜ੍ਹੇ ਪੈਸਿਆਂ 'ਤੇ ਹੋਰ ਬੰਦਾ ਭਰਤੀ ਕਰ ਲਓ। ਇਹ ਨੀਤੀ ਕੋਈ ਅਧਿਆਪਕਾਂ ਦੀ, ਕਿਸੇ ਯੂਨੀਅਨ ਦੀ ਜਾਂ ਉਹਨਾਂ ਦੀ ਜਿਹੜੀ ਚੇਤਨਤਾ ਹੈਗਾ ਉਹਦੀ ਹਿੱਸਾ ਨਹੀਂ ਗਾ ਹੈਗਾ। ਜਿੱਥੋਂ ਤੱਕ ਪਟਵਾਰੀਆਂ ਦਾ ਤੇ ਬਾਕੀ ਅਧਿਆਪਕਾਂ ਦੇ ਵਿੱਚ ਕਰਪਸ਼ਨ ਇਸ ਕਿਸਮ ਦੀ ਹੈ ਨਹੀਂ ਗੀ ਜਿੱਦਾਂ ਦੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹੈਗੀ ਆ। ਸੋ ਮੇਰਾ ਖਿਆਲ ਹੈ ਕਿ ਇਹਨਾਂ ਦੋਵਾਂ ਮਹਿਕਮਿਆਂ ਨੂੰ ਇਕੁਏਟ ਕਰਨਾ ਵਾਜਬ ਨਹੀਂ ਹੈ, ਕਿਉਂਕਿ ਰੈਵਨਿਊ ਡਿਪਾਰਟਮੈਂਟ ਜਿਹੜਾ ਹੈਗਾ, ਜਿਹਦੇ 'ਚ ਪਟਵਾਰੀ, ਤਹਿਸੀਲਦਾਰ ਵਗੈਰਾ ਆਉਂਦੇ ਆ, ਇਹਨਾਂ ਦੀ ਜਿਹੜੀ ਯੂਨੀਅਨ ਆ ਉਹ ਬਣਦੀ ਹੈਗੀ ਆ ਪੈਸੇ ਇਕੱਠੇ ਕਰਨ ਵਾਸਤੇ, ਰੈਵਨਿਊ ਇਕੱਠਾ ਕਰਨ ਵਾਸਤੇ। ਹੁਣ ਦਾ ਤਾਂ ਮੈਨੂੰ ਪਤਾ ਨਹੀਂ ਗਾ, ਪਹਿਲਾਂ ਕੋਈ ਰਜਿਸਟਰੀ ਪੈਸੇ ਲੈਣ ਤੋਂ ਬਿਨਾਂ ਨਹੀਂ ਹੁੰਦੀ ਸੀਗੀ, ਕੋਈ ਫਰਦ ਜਿਹੜੀ ਆ ਉਹ ਪੈਸੇ ਲੈਣ ਤੋਂ ਬਿਨਾਂ ਨਹੀਂ ਦਿੱਤੀ ਜਾਂਦੀ ਸੀਗੀ। ਸੋ ਪਟਵਾਰੀ ਜਿਹੜਾ ਹੈਗਾ ਉਹ ਇੱਕ ਧੁਰੀ ਸਮਝਿਆ ਜਾਂਦਾ ਸੀਗਾ ਕਿ ਉਹ ਆਪਣੀਆਂ ਉਂਗਲਾਂ 'ਤੇ ਨਚਾਉਂਦੇ ਸੀਗੇ, ਪਿੰਡਾਂ ਦੇ ਵਿੱਚ ਧੜੇ ਪਾਉਣੇ, ਹੋਰ ਕਰਨੇ, ਵੱਟ ਇੱਧਰ ਕਰ ਦਿੱਤੀ, ਉੱਧਰ ਕਰ ਦਿੱਤੀ, ਦਰਖਤ ਇੱਧਰ ਕਰ ਦਿੱਤਾ, ਉੱਧਰ ਕਰ ਦਿੱਤਾ। ਸੋ ਇਹ
ਤੁਹਾਨੂੰ ਸ਼ਾਇਦ ਯਾਦ ਹੋਏਗਾ ਗਿੱਲ ਸਾਹਿਬ ਕਿ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਸ਼ਿਸ਼ ਕੀਤੀ ਸੀਗੀ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ ਕਰਪਸ਼ਨ ਦੂਰ ਕੀਤੀ ਜਾਵੇ, ਤੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਤੇ ਜਿਹੜੇ ਉਹਨਾਂ ਦੇ ਕਾਰਕੁਨ ਸੀਗੇ ਉਹ ਉੱਠ ਕੇ ਖੜੇ ਹੋ ਗਏ ਔਰ ਕਹਿਣ ਲੱਗੇ ਕਿ ਤੁਹਾਨੂੰ ਸੀਐਮ ਸਾਹਿਬ ਸਾਡੀ ਕਰਪਸ਼ਨ ਦਿਸਦੀ ਆ, ਤੁਹਾਡੇ ਥੱਲੇ ਜਿਹੜੀ ਕਰਪਸ਼ਨ ਹੋ ਰਹੀ ਆ ਜਾਂ ਜਿਹਦੇ ਵਿੱਚ ਤੁਸੀਂ ਭਾਗੀਦਾਰ ਹੋ ਉਹ ਦਿਖਾਈ ਨਹੀਂ ਦਿੰਦੇ, ਤੇ ਤੁਸੀਂ ਸਾਡੇ ਤੇ ਕਾਰਵਾਈ ਕਰੋ। ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕਰਪਸ਼ਨ ਨਹੀਂ ਕਰਦੇ ਜਾਂ ਨਾ ਕਰਾਂਗੇ, ਕਹਿੰਦੇ ਜੀ ਤੁਸੀਂ ਸਾਡੇ ਤੇ ਕਾਰਵਾਈ ਕਰੋ ਤੇ ਅਸੀਂ ਫਿਰ ਤੁਹਾਡੇ ਜਿਹੜੇ ਪੋਤੜੇ ਆ ਨਾ ਜੀ ਉਹ ਫੋਲ ਕੇ ਰੱਖ ਦਿਆਂਗੇ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੀ ਯੂਨੀਅਨ ਆ ਉਹ ਕੋਈ ਲੋਕ ਹਿੱਤ ਲਈ ਨਹੀਂ ਹੈ, ਉਹ ਕੋਈ ਸਮਾਜ ਦੇ ਭਲੇ ਲਈ ਨਹੀਂ ਹੈ, ਉਹ ਸਿਰਫ ਤੇ ਸਿਰਫ ਇਸ ਕਰਕੇ ਆ ਕਿ ਸਾਨੂੰ ਕਰਪਸ਼ਨ ਕਰਨ ਤੋਂ ਨਾ ਕੋਈ ਰੋਕੇ। ਸੋ ਇਸ ਕਰਕੇ ਮੇਰੀ ਗੁਜ਼ਾਰਿਸ਼ ਇਹੋ ਹੀ ਆ ਵੀ ਅਧਿਆਪਕਾਂ ਦਾ ਮੈਂ ਹੋਰ ਨਹੀਂ ਖਿੱਚਦਾ, ਵੈਸੇ ਮੈਂ ਗੱਲ ਇੱਥੇ ਕਰਨੀ ਚਾਹੁੰਦਾ ਸੀਗਾ। ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਨਾ, ਨਾਰਾ ਦਿੱਤਾ ਸੀ ਜਥੇਬੰਦੀਆਂ ਨੇ, ਇੰਦਰਾ ਗਾਂਧੀ ਨੇ ਬਹੁਤ ਵਧੀਆ ਨਾਰਾ ਦਿੱਤਾ ਸੀ, ਗਰੀਬੀ ਢਾਓ, ਤੇ ਹਿੰਦੁਸਤਾਨ ਦੀ ਸਾਰੀ ਗਰੀਬੀ ਢਾਤੀ ਉਹਨੇ ਲੋਕਾਂ ਦੀ। ਜਦੋਂ ਮੋਦੀ ਸਾਹਿਬ ਆਏ ਸੀ, ਇਹਨਾਂ ਵੀ ਬੜੇ ਪਿਆਰੇ ਪਿਆਰੇ ਨਾਰੇ ਦਿੱਤੇ ਸੀਗੇ ਕਿ ਮੈਂ ਦੇਸ਼ को बिकने नहीं दूंगा, मर जाऊंगा पर ये नहीं करूंगा, मैं चाह ਵੇਚ ਕੇ ਆਇਆ, ਗਰੀਬੀ ਚੋਂ ਆਇਆ। ਜਿਸ ਤਰ੍ਹਾਂ ਦਾ ਉਹਨਾਂ ਨੇ ਦੇਸ਼ ਚਲਾਇਆ ਇਹ ਵੀ ਆਪਾਂ ਨੂੰ ਪਤਾ ਹੈ। ਤੇ ਮੇਰੇ ਫਾਦਰ ਕਿਹਾ ਕਰਦੇ ਸੀ, ਪਤਾ ਨਹੀਂ ਕੋਈ ਮੈਂ ਸ਼ਬਦ ਸਹੀ ਬੋਲਦਾ ਕਿ ਨਹੀਂ, ਤੁਹਾਨੂੰ ਫਾਰਸੀ ਆਉਂਦੀ ਆ, ਉਹ ਕਹਿੰਦੇ ਹੁੰਦੇ ਸੀ ਪਿਤਰਮ ਸੁਲਤਾਨ ਬੂ, ਕੋਈ ਸ਼ਬਦ ਇਦਾਂ ਦਾ ਵਰਤੇ ਹੁੰਦੇ ਸੀ ਕਿ ਇਸੇ ਗੱਲ ਤੇ ਨਹੀਂ ਚੌੜੇ ਹੋਏ ਰਹਿਣਾ ਚਾਹੀਦਾ ਕਿ ਮੇਰਾ ਪਿਓ ਸੁਲਤਾਨ ਹੁੰਦਾ ਸੀ, ਮੈਂ ਕੀ ਹਾਂ, ਹੁਣ ਅਸੀਂ ਕੀ ਹਾਂ। ਮਾਸਟਰਾਂ ਦੇ ਜਦ ਗੱਲ ਕਰਦੇ ਆ ਨਾ, ਜਦੋਂ ਮੈਂ ਆਪਣੇ ਮਹਿਕਮੇ ਦੀ ਵੀ ਗੱਲ ਕਰਦਾ ਹਾਂ, ਜਿੱਦਾਂ ਪਟਵਾਰੀਆਂ 'ਚ ਹੁੰਦਾ ਇੱਦਾਂ ਸਾਡੇ ਓਵਰਸੀਅਰ ਹੁੰਦਾ ਜਿਹੜਾ ਉਹ ਕੀ ਹੁੰਦਾ ਸਾਰੀ ਕਰਪਸ਼ਨ ਦੀ। ਤੇ ਮਾਸਟਰਾਂ ਦੇ ਕਿੰਨੇ ਪਰਸੈਂਟ ਮਾਸਟਰ, ਜੇ ਤੁਸੀਂ ਡਾਟਾ ਇਕੱਠਾ ਕਰ ਲਓ, ਜਿਹੜੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸੀ, ਕਿੰਨੇ ਪਰਸੈਂਟ ਮਾਸਟਰ ਜਿਹੜੇ ਸਕੂਲ 'ਚ ਸ਼ਰਾਬ ਤੇ ਮੁਰਗੇ ਖਾਂਦੇ ਪੀਂਦੇ ਸੀਗੇ, ਕਿੰਨੇ ਪਰਸੈਂਟ ਮਾਸਟਰ ਹੈ ਜਿਨ੍ਹਾਂ ਨੇ ਮਾਸਟਰ ਅੱਗੇ ਰੱਖੇ ਹੋਏ ਸੀ। ਐ ਨਾ ਕਹੀਏ ਆਪਾਂ ਸਾਰਿਆਂ ਦੇ ਉੱਤੇ ਉਂਗਲ ਤੇ ਉੱਠੀ ਜਾਂਦੀ ਆ। ਗੱਲ ਤੇ ਆ ਵੀ ਉਹਨਾਂ ਦੀ ਅਸਲ ਹਕੀਕਤ ਹੁਣ ਕੀ ਆ। ਠੀਕ ਹੈ, ਉਹਨਾਂ ਦੀ ਜਥੇਬੰਦੀ ਹੋਏਗੀ ਕਿਸੇ ਸਮੇਂ 'ਚ, ਬਹੁਤ ਵਧੀਆ ਕੰਮ ਕਰਨ ਵਾਲੇ ਲੋਕ ਆਗੂ ਬਣੇ। ਇੱਕ ਸਮਾਂ ਸੀਗਾ ਜਦੋਂ ਦੇਸ਼ ਸੇਵਾ ਦੇ ਨਾਂ ਤੇ ਸਿਆਸਤ ਕੀਤੀ ਜਾਂਦੀ ਸੀ। ਯੂਨੀਅਨਾਂ ਵੀ ਇਸ ਤਰ੍ਹਾਂ ਹੀ ਬਣਾਈਆਂ ਜਾਂਦੀਆਂ ਸੀ ਕਿ ਆਖਰਕਾਰ ਉਹ ਰਾਜਨੀਤੀਵਾਨਾਂ ਨੂੰ ਸਹੀ ਰਸਤੇ ਤੇ ਰੱਖ ਸਕਣ। ਪਰ ਹੁਣ ਦੀਆਂ ਯੂਨੀਅਨਾਂ ਜਿਹੜੀਆਂ ਬਣਦੀਆਂ ਨਾ, ਸਾਡੇ ਮਹਿਕਮੇ PWD ਜਿਹੜੀ ਯੂਨੀਅਨ ਬਣਦੀ ਆ, SDO ਦੀ, JEs ਦੀਆਂ, ਉਹ ਵਧੀਆ ਤੋਂ ਵਧੀਆ ਸਬ ਡਿਵੀਜ਼ਨ 'ਚ ਆਪਣੀ ਬਦਲੀ ਕਰਾਉਣ ਲਈ, ਬਿਨਾਂ ਕੰਮ ਕੀਤੇ ਆਪਣੇ ਹਿੱਸੇ ਵੰਡਾਉਣ ਲਈ ਬਣਦੀਆਂ ਨੇ। ਮੈਂ ਅੱਜ ਵੀ ਨਾਂ ਲੈ ਕੇ ਦੱਸ ਸਕਦਾ ਜਿਹੜੇ ਬੰਦੇ ਉੱਥੇ ਬੈਠੇ ਕਰ ਰਹੇ ਆ, ਸ਼ਰੇਆਮ ਕਰ ਰਹੇ ਆ। ਸੋ ਇਹ ਸਭ ਕੁਝ ਚੱਲਦਾ ਸਰ, ਸਾਰਿਆਂ 'ਚ ਹੀ ਚੱਲਦਾ। ਦੇਖੋ ਜੀ, ਮੈਂ ਇਹਨੂੰ ਜਸਟੀਫਾਈ ਤਾਂ ਨਹੀਂ ਕਰਦਾ, ਮਤਲਬ ਕਿ ਬਈ ਇਹ ਹੋਣਾ ਚਾਹੀਦਾ ਆ, ਨਹੀਂ ਹੋਣਾ ਔਰ ਚਾਹੀਦਾ। ਇਹਦੇ ਉੱਤੇ ਨਕੇਲ ਜਿਹੜੀ ਆ ਨਾ ਜੀ, ਉਹ ਸਰਕਾਰ ਨੇ ਕੱਸਣੀ ਹੁੰਦੀ ਆ। ਜੇ ਕੋਈ ਆਪਣੀ ਡਿਊਟੀ ਨਹੀਂ ਕਰਦਾ ਜਾਂ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ ਆ, ਜਾਂ ਉੱਥੇ ਕੋਈ ਗੈਰ ਸਮਾਜੀ ਕੰਮ ਕਰਦਾ ਹੈਗਾ ਜਾਂ ਐਂਟੀ ਸੋਸ਼ਲ ਐਕਟੀਵਿਟੀ ਕਰਦਾ ਆ, ਤਾਂ ਇਹਨੂੰ ਦੋ ਚੀਜ਼ਾਂ ਰੋਕਦੀਆਂ ਹੈਗੀਆਂ। ਇੱਕ ਲੋਕਾਂ ਦੀ ਚੇਤਨਤਾ ਇਹਨੂੰ ਰੋਕਦੀ ਹੈਗੀ ਆ, ਇੱਕ ਇਹਨੂੰ ਸਰਕਾਰ ਰੋਕਦੀ ਹੈਗੀ ਆ। ਤੇ ਸਰਕਾਰ ਦਾ ਵੱਡਾ ਫਰਜ਼ ਹੁੰਦਾ ਹੈ, ਕਿਉਂਕਿ ਉਹਦੇ ਉਹ ਅਧਿਕਾਰੀ ਤੇ ਕਰਮਚਾਰੀ ਹੁੰਦੇ ਆ। ਸੋ ਉਹਦਾ ਇਹ ਖਿਆਲ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਔਰ ਇਹ ਚੰਗੀ ਗੱਲ ਆ ਕਿ ਜਿਹੜੀ ਹੁਣ ਵਰਤਮਾਨ ਸਰਕਾਰ ਹੈਗੀ ਆ ਉਹ ਇਸ ਗੱਲ ਲਈ ਕਮਿਟਡ ਆ। ਔਰ ਕਾਫੀ ਹੱਦ ਤੱਕ, ਕਿਉਂਕਿ ਸਾਨੂੰ ਡਾਇਰੈਕਟ ਤਾਂ ਕੋਈ ਤਜਰਬਾ ਹੈ ਨਹੀਂ, ਤੁਸੀਂ ਵੀ ਟੋਰਾਂਟੋ 'ਚ ਬੈਠੇ ਆ, ਮੈਂ ਵੀ ਟੋਰਾਂਟੋ 'ਚ ਬੈਠਾ ਹਾਂ ਜੀ, ਪਰ ਸੁਣਨ 'ਚ ਆਇਆ ਵੀ ਕਰਪਸ਼ਨ ਉੱਥੇ ਚੱਲਦੀ ਆ, ਪਰ ਹੁਣ ਅੱਗੇ ਵਾਂਗੂ ਨਹੀਂ ਚੱਲਦੀ ਹੈਗੀ, ਸ਼ਰੇਆਮ ਨਹੀਂ ਚੱਲਦੀ, ਕੋਈ ਸਿਲੈਕਟਿਵ ਚੱਲਦੀ ਆ ਜਾਂ ਡਰਦੇ ਕਰਦੇ ਆ। ਤੇ ਮੰਤਰੀਆਂ ਨੂੰ ਤਾਂ ਦੇਖੋ ਜਿਹੜਾ ਸਿੰਗਲੇ ਦਾ ਇੱਕ ਸਿੰਗਲਾ ਰੂਪੀ ਕਾਂ ਮਾਰ ਕੇ ਟੰਗਿਆ ਹੈਗਾ, ਉਹ ਜਿੱਥੇ ਕਿਤੇ ਲਾਲਾਂ ਡਿੱਗਦੀਆਂ ਵੀ ਆ ਮੰਤਰੀਆਂ ਦੀਆਂ, ਉਹਨਾਂ ਨੂੰ ਮੁੜ ਕੇ ਫਿਰ ਉਹ ਕਾਂ ਦਿਖਾਈ ਦਿੰਦਾ ਆ। ਉਹਦੇ ਕਰਕੇ ਕੋਈ ਜ਼ਰੂਰ ਅਸਰ ਪਿਆ ਹੈਗਾ। ਔਰ ਜਿਵੇਂ ਪੋਪਲੀ ਸਾਹਿਬ ਨੂੰ ਅੰਦਰ ਕੀਤਾ ਹੈਗਾ, ਇੱਦਾਂ ਹੀ ਬਿਊਰੋਕ੍ਰੇਸੀ ਜਿਹੜੀ ਆ ਉਹਦੇ ਤੇ ਵੀ ਅਸਰ ਪਿਆ ਹੈਗਾ। ਸੋ ਮੇਰਾ ਮੰਨਣਾ ਇਹ ਆ ਵੀ ਕਰਪਸ਼ਨ ਹਮੇਸ਼ਾ ਹੀ ਉੱਪਰੋਂ ਸ਼ੁਰੂ ਹੁੰਦੀ ਆ ਜੀ। ਬਿਲਕੁਲ। ਅੱਛਾ, ਪਾਸਟਰ ਵੈਸੇ ਨਾ ਦੋਸ਼ ਥੱਲੜਿਆਂ ਨੂੰ ਦਿੰਦੇ ਆ ਕਿ ਕੰਡਕਟਰ ਨੇ ਜੀ ਟਿਕਟ ਨਹੀਂ ਦਿੱਤੀ ਤੇ 10 ਰੁਪਏ ਰੱਖ ਲਿਆ ਜੇਬ 'ਚ। ਉਹਨਾਂ ਨੂੰ ਉਹ ਦਿਸਦਾ ਹੀ ਨਹੀਂਗਾ ਕੋਈ ਕਿ ਬਾਡੀਆਂ ਬਣਾਉਣ ਦੇ ਵਿੱਚ, ਬੱਸਾਂ ਦੀਆਂ ਬਾਡੀਆਂ ਬਣਾਉਣ ਦੇ ਵਿੱਚ ਕਰੋੜਾਂ ਰੁਪਏ ਜਿਹੜੇ ਨੇ ਉਹ
ਅੱਜ ਹੀ ਬਾਡੀ ਦੀ ਗੱਲ ਚੱਲੀ ਆ ਤਾਂ ਜਿਹੜੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ, ਉਹ ਕਹਿ ਰਹੇ ਸੀਗੇ ਵੀ ਬੱਸਾਂ ਦੀਆਂ ਬਾਡੀਆਂ ਖੜਕੀਆਂ ਨੇ ਤੇ ਉਹਨਾਂ ਦਾ ਪਤਾ ਨਹੀਂ ਵੀ ਉਹ ਕਿੱਥੇ ਬੱਸ ਜਿਹੜੀ ਉਹ ਖਿੱਲਰ ਜਾਣੀ ਆ। ਸੋ ਜਿਹੜਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕਰਪਸ਼ਨ ਉੱਤੋਂ ਸ਼ੁਰੂ ਹੁੰਦੀ ਹੈਗੀ ਆ। ਵੈਸੇ ਪ੍ਰੋਫੈਸਰ ਉਹਦਾ ਚਲੋ ਇਹ ਤੇ ਮੇਣੋ ਮੇਣੀ ਕਰਦੇ ਨੇ ਆਪੋ 'ਚ ਸ਼ਰੀਕੇਬਾਜ਼ੀ ਪਾਰਟੀਆਂ ਦੀ ਹੁੰਦੀ ਆ। ਜਦੋਂ ਇਹ ਲਾਲਜੀਤ ਭੁੱਲਰ ਦੀ ਬੋਡੀਆਂ ਬਣਾਉਣਗੇ ਉਹ ਵੀ ਵੇਖਾਂਗੇ ਕਿੱਥੋਂ ਬਣਾਉਂਦੇ ਆ। ਪਰ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹਦਾ ਜੇ ਵੇਖੀ ਆਪਾਂ ਟਰਾਂਸਪੋਰਟ ਮਹਿਕਮੇ 'ਚ ਹੋਰ ਬੜੀ ਕਰਪਸ਼ਨ ਹੁੰਦੀ ਆ। ਸਾਨੂੰ ਪਤਾ ਤੇਲ ਵਿਕਦਾ, ਆਪਾਂ ਨੂੰ ਉਹ ਵੀ ਦੇਖਦੇ, ਡਰਾਈਵਰ ਵੇਚਦੇ ਆ, ਟਿਕਟ ਕੰਡਕਟਰ ਰੱਖ ਲੈਂਦਾ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਚਲੋ ਮੰਨ ਲਓ, ਉਹਨੂੰ ਜਸਟੀਫਾਈ ਨਹੀਂ ਆਪਾਂ ਕਰ ਸਕਦੇ ਵੀ ਉੱਪਰ ਕਰਦੇ ਤੇ ਆਪਾਂ ਵੀ ਕਰਨੀ ਆ। ਪਰ ਇੱਕ ਚੀਜ਼ ਜ਼ਰੂਰ ਆ, ਪ੍ਰਾਈਵੇਟ ਬੱਸ ਦੀ ਬੋਡੀ ਵੇਖ ਲਓ, ਜਿੰਨੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ, ਤੇ ਰੋਡਵੇਜ਼ ਦੀਆਂ ਬੱਸਾਂ ਵੇਖ ਲਓ। ਰੋਡਵੇਜ਼ ਦੀਆਂ ਬੱਸਾਂ ਲੱਗਦੀਆਂ ਜਿੱਦਾਂ ਟੀਮ ਜੋੜ ਕੇ ਪੀਪੇ ਬਣਾ ਕੇ ਤੇ ਸਿੱਧਾ ਸਿੱਧਾ ਕੰਮ ਕੀਤਾ। ਤੇ ਥੋੜੇ ਬਹੁਤੇ ਹੋ ਸਕਦਾ ਪ੍ਰਾਈਵੇਟ ਵਾਲੇ ਜ਼ਿਆਦਾ ਇਨਵੈਸਟ ਕਰਦੇ ਹੋਣ, ਉਹਨਾਂ ਦੀਆਂ ਸੀਟਾਂ, ਉਹਨਾਂ ਦੀ ਬੋਡੀ ਦੀ ਮਜ਼ਬੂਤੀ, ਉਹਨਾਂ ਦੀਆਂ ਵਿੰਡੋ, ਉਹਨਾਂ ਦੇ ਜਦੋਂ ਆਪਾਂ ਖੋਲ੍ਹਦੇ ਹਾਂ ਸ਼ੀਸ਼ੇ, ਉਹ ਸਾਰਾ ਕੁਝ ਜਿਹੜਾ ਵਾ ਸਰਕਾਰੀ ਗੱਡੀਆਂ ਨਾਲ ਬਿਹਤਰ ਕੁਆਲਿਟੀ ਦਾ ਹੁੰਦਾ। ਇੱਥੋਂ ਸਾਫ਼ ਹੀ ਪਤਾ ਲੱਗਦਾ ਵੀ ਕੁਝ ਨਾ ਕੁਝ ਕਾਲਾ ਮਾਲਾ ਤੇ ਹੁੰਦਾ। ਤੇ ਜੇ ਪ੍ਰਾਈਵੇਟ ਗੱਡੀਆਂ ਦੀਆਂ ਬੋਡੀ ਤੁਹਾਡੇ ਸਾਹਮਣੇ ਨਾਲ 2 ਗੱਡੀਆਂ ਖੜੀਆਂ ਨੇ, ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਖੜੀ ਆ ਅੰਮ੍ਰਿਤਸਰ ਤੋਂ ਬਠਿੰਡਾ ਜਾਣ ਵਾਲੀ, ਇੱਕ ਸਰਕਾਰੀ ਖੜੀ ਆ। ਆਪਾਂ ਕਹਿ ਤੇ ਦਿੰਦੇ ਆ ਵੀ ਪ੍ਰਾਈਵੇਟ ਤੇ ਲੋਕ ਕਿਉਂ ਚੜ ਗਏ, ਜਾਂ ਉਹਨੂੰ ਟਾਈਮ ਜ਼ਿਆਦਾ ਦੇਤਾ, ਜਾਂ ਉਹ ਅੱਗੇ ਲਾ ਲੈਂਦੇ ਆ, ਜਾਂ ਉਹ ਸਰਕਾਰੀ ਨੂੰ ਚੜ੍ਹਨ ਨਹੀਂ ਦਿੰਦੇ। ਉਹਦੇ ਵਿੱਚ ਵੀ ਫਿਰ ਗਾਂਹ ਚੱਲਦਾ ਆ, ਡਰਾਈਵਰਾਂ ਕੰਡਕਟਰਾਂ ਨੂੰ ਹਿੱਸੇ ਦੇ ਕੇ ਉਹ ਕਰਦੇ ਆ ਸਾਰਾ ਕੁਝ। ਪਰ ਨਾਲ ਦੀ ਨਾਲ ਇਹ ਆ ਕਿ ਉਹ ਬੱਸ ਦੀ ਬੋਡੀ ਵਾਕਿਆ ਹੀ ਇਹ ਗੱਲ ਤੁਹਾਡੀ ਜਿਹੜੀ ਆ, ਮੈਂ ਇਹਦੇ ਨਾਲ ਸਹਿਮਤ ਹਾਂ ਕਿ ਉਹ ਖੜਕਦੀਆਂ ਹੀ ਨੇ, ਨਵੀਆਂ ਹੀ ਖੜਕੀ ਜਾਂਦੀਆਂ, ਕਿਉਂਕਿ ਉੱਤੇ ਪੱਤਰੇ ਹੀ ਇਦਾਂ ਦੇ ਲੱਗੇ ਹੁੰਦੇ ਆ। ਉਹ ਸ਼ਾਇਦ ਸਵਾਰੀਆਂ ਨੂੰ ਇਹ ਯਾਦ ਕਰਾਉਣ ਲਈ ਸਰਦੂਲ ਸਿਕੰਦਰ ਦਾ ਗਾਣਾ ਕਿ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਤੇ ਨਾ ਕੋਈ ਬਾਰੀ। ਗਿੱਲ ਸਾਹਿਬ, ਇਹ ਮਸਲਾ ਜਿਹੜਾ ਨਾ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਦੀ ਗੱਲ ਹੈਗੀ ਹੈ। ਇਹਦੇ 'ਚ ਜਿਹੜੀ ਪ੍ਰਾਈਵੇਟ ਬਾਡੀ ਆ ਜੀ, ਉਹਦੇ ਵਿੱਚ ਕੋਈ ਕਮਿਸ਼ਨ ਨਹੀਂ ਨਾ ਉਹ ਦਿੰਦੇ। ਉਹ ਜੇ 5 ਲੱਖ ਦੀ ਬਾਡੀ ਬਣਨੀ ਆ ਤਾਂ ਉਹਨੇ 5 ਲੱਖ ਦਿੱਤਾ ਹੈਗਾ। ਇਹੀ ਤਾਂ ਗੱਲ ਕਰ ਰਹੇ ਹਾਂ ਸਾਹਿਬ, ਇਹੀ ਤਾਂ ਕਰ ਰਹੇ ਹਾਂ ਵੀ ਕਰਪਸ਼ਨ ਹੈ ਤੇ ਇਦਾਂ ਹੋ ਰਿਹਾ ਨਾ, ਕਿਉਂਕਿ ਸਾਡੇ ਸਾਹਮਣੇ ਮਿਸਾਲ ਆ ਵੀ ਇੱਕ ਪ੍ਰਾਈਵੇਟ ਕੰਪਨੀ ਦੀ ਬੋਡੀ ਕਿੰਨੀ ਖੂਬਸੂਰਤ ਬਣੀ ਆ, ਬੱਸ ਦੀ ਦਿੱਖ ਕਿੰਨੀ ਖੂਬਸੂਰਤ ਆ, ਦਿੱਖ ਕਿੰਨੀ ਸੂਰਤ ਆ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ, ਜੇ 8 ਲੱਖ ਖਰਚ ਆਉਂਦਾ ਹੈਗਾ ਬਾਡੀ ਦਾ ਬਣਨ ਦਾ, ਤੇ ਉਹ 8 ਲੱਖ ਦੇ ਕੇ ਬਣੀ ਹੈਗੀ ਆ। ਤੇ ਇਹ ਜਿਹੜੀ ਆ ਮਤਲਬ ਬਣੀ 8 ਲੱਖ ਦੀ ਆ, ਤੇ ਉਹਨਾਂ ਦੇ ਜਿੰਮੇ 13 ਲੱਖ ਪਾਤਾ ਮਤਲਬ, ਤੇ ਉਹਦੇ 'ਚੋਂ ਕਮਿਸ਼ਨ ਜਿਹੜਾ ਲੈਣਾ ਹੈਗਾ ਉਸ ਤਰੀਕੇ ਨਾਲ। ਬਾਕੀ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਚਲਾਉਣ ਲਈ ਵੀ ਬੜੀ ਸਖਤੀ ਦੀ ਲੋੜ ਹੁੰਦੀ ਹੈਗੀ ਆ। ਇੱਥੇ ਤਾਂ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਇਸ ਤਰੀਕੇ ਨਾਲ ਕੀਤਾ ਗਿਆ ਕਿ ਸਾਰੇ ਖਾਣ ਨੂੰ ਹੀ ਹੋ ਗਏ। ਪੰਜਾਬ ਰੋਡਵੇਜ਼ ਨੂੰ ਵੀ ਖਾ ਲਓ ਜੀ, ਬਿਜਲੀ ਬੋਰਡ ਨੂੰ ਵੀ ਖਾ ਲਓ ਜੀ। ਹੁਣ ਇੱਕ ਐਗਜ਼ਾਮਪਲ ਹੈਗੀ ਹੈ ਗਿੱਲ ਸਾਹਿਬ ਕਿ ਬੰਸੀ ਲਾਲ ਹੋਰੀ ਹੁੰਦੇ ਸਨ ਹਰਿਆਣਾ ਦੇ ਮੁੱਖ ਮੰਤਰੀ। ਹਾਂਜੀ, ਹਰਿਆਣੇ 'ਚ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਆ ਉਹ ਜ਼ਿਆਦਾ ਪੰਜਾਬੀਆਂ ਦੀ ਸੀਗੀ। ਉਹਨਾਂ ਨੇ ਉਹਦੀ ਜਿਹੜੀ ਹੈ ਨਾ ਉਹਨੂੰ ਨੈਸ਼ਨਲਾਈਜ਼ ਕਰਤਾ, ਯਾਨੀ ਕਿ ਪਬਲਿਕ ਸੈਕਟਰ 'ਚ ਲੈਣ ਦਾ ਉਹਨਾਂ ਨੇ ਲਿਆਂਦਾ। ਤਾਂ ਇਸ ਕਰਕੇ ਸੀਗਾ ਕਿ ਬੰਸੀ ਲਾਲ ਜੀ ਐਂਟੀ ਪੰਜਾਬੀ ਸੀਗੇ, ਉਹ ਪੰਜਾਬੀਆਂ ਦੇ ਖਿਲਾਫ ਸੀਗੇ ਜੀ, ਤੇ ਪੰਜਾਬੀਆਂ ਦਾ ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਉਹ ਚੱਲਣ ਨਹੀਂ ਦੇਣਾ ਚਾਹੁੰਦੇ ਸੀਗੇ। ਪਰੰਤੂ ਉਹਦੇ ਨਾਲ ਉਹਦੀ ਬਾਈ ਪ੍ਰੋਡਕਟ ਇਹ ਨਿਕਲੀ ਕਿ ਹਰਿਆਣਾ ਰੋਡਵੇਜ਼ ਅੱਜ ਵੀ ਸ਼ਾਇਦ ਮੇਰਾ ਖਿਆਲ ਮੁਨਾਫੇ ਵਿੱਚ ਜਾਂਦੀ ਹੋਊਗੀ। ਔਰ ਤੁਸੀਂ ਵੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕੀਤਾ ਹੋਏਗਾ, ਉਹਨਾਂ ਦੀਆਂ ਬਾਡੀਜ਼ ਬਿਹਤਰ ਹੁੰਦੀਆਂ, ਬਿਲਕੁਲ ਕੋਈ ਸ਼ੱਕ ਨਹੀਂ। ਸੋ ਇਸ ਕਰਕੇ ਜੇ ਪਬਲਿਕ ਸੈਕਟਰ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ, ਜੇ ਖਾਣਾ ਹੀ ਆ ਜਿੱਦਾਂ ਪੰਜਾਬ ਰੋਡਵੇਜ਼ ਦੀ ਬੱਸ ਆ, ਹੁਣ ਬਾਡੀਆਂ ਵਾਲੀ ਗੱਲ ਤੁਹਾਡੇ ਸਾਹਮਣੇ ਆ ਗਈ ਆ ਵੀ ਅਸੀਂ ਪੈਸੇ ਖਾਣੇ ਆ, ਲੱਗੀਆਂ ਲਾਗ ਲੈਣਾ, ਉਹ ਭਾਵੇਂ ਜਾਂਦੇ ਆ ਆਖਿਰ ਅੰਡੀ ਹੋ ਜੇ। ਸੋ ਇਹ ਗੱਲਾਂ ਜਿਹੜੀਆਂ ਉਹ ਬੜੀਆਂ ਅਹਿਮ ਨੇ। ਪੰਜਾਬ ਸਰਕਾਰ, ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ, ਚੰਗੀ ਗੱਲ ਆ, ਸਾਡੀ ਸ਼ੁਭ ਇੱਛਾ ਆ ਜੀ। ਅਸੀਂ ਆਪਣੀਆਂ ਇੱਛਾਵਾਂ ਪ੍ਰਗਟ ਕਰਦੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦਾ ਟੈਕਸ ਦਾ ਦਿੱਤਾ ਹੋਇਆ ਪੈਸਾ ਜਿਹੜਾ ਹੈਗਾ ਉਹ ਉਹਨਾਂ ਤੇ ਖਰਚ ਹੋਵੇ, ਜਾਇਆ ਨਾ ਜਾਵੇ। ਸੋ ਅਸੀਂ ਵਿਚਾਰ ਵਟਾਂਦਰਾ ਵੀ ਕਰਦੇ ਰਹਿੰਦੇ ਹਾਂ, ਕਰਦੇ ਰਵਾਂਗੇ। ਤੇ ਪਬਲਿਕ ਸੈਕਟਰ ਵਰਸਸ ਪ੍ਰਾਈਵੇਟ ਸੈਕਟਰ ਸਾਡਾ ਮਤਲਬ ਇੱਥੇ ਗੱਲ ਕਰਨ ਦਾ ਇਹੀ ਆ ਕਿ ਚੰਗੀ ਚੀਜ਼ ਨੂੰ ਆਪਾਂ ਐਪਰੀਸ਼ੀਏਟ ਕਰੀਏ, ਤੇ ਜਿੱਥੇ ਕਿਤੇ ਕਮਜ਼ੋਰੀ ਆ ਉਹਨੂੰ ਆਪਾਂ ਉੱਤੋਂ ਪਰਦਾ ਚੁੱਕੀਏ। ਉਹ ਭਾਵੇਂ ਸਾਡੇ ਤੇ ਹੀ ਲਾਗੂ ਹੁੰਦੀ ਹੋਵੇ, ਸਾਡੇ ਪਰਿਵਾਰ ਤੇ ਹੀ ਲਾਗੂ ਕਿਉਂ ਨਾ ਹੁੰਦੀ ਹੋਵੇ, ਸਾਨੂੰ ਉਹ ਬਿਲਕੁਲ ਉੱਥੋਂ ਚੱਲਣਾ ਚਾਹੀਦਾ ਆ।
ਤੇ ਜਿਹੜੇ ਸਾਡੇ ਪਰਿਵਾਰ 'ਚ ਜਿਹੜਾ ਕਮਿਸ਼ਨ ਚੱਲਦਾ ਨਾ ਜੀ PWD 'ਚ, ਮੈਂ ਆਪਣੇ ਪਰਿਵਾਰ ਦੀ ਵੀ ਗੱਲ ਕਰ ਲਾਂ, ਜਿਹੜਾ ਬੰਦਾ ਜਿਹੜਾ 2% ਜਾਂ ਚੱਲਦਾ ਸਿਸਟਮ, ਸਾਡੇ 2% ਵਾਲਾ ਸਿਸਟਮ ਆ ਕਿ JEE ਤੋਂ ਲੈ ਕੇ ਉੱਪਰ ਤੱਕ 2% ਚੱਲਦਾ। ਹੁਣ ਥੋੜ੍ਹਾ ਜਿਹਾ ਕਾਲਾ ਮਾਲਾ ਵੱਧ ਹੋਣ ਲੱਗ ਪਿਆ ਜਦੋਂ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਮੰਤਰੀ ਲੈਵਲ ਤੇ ਜਾਣੇ ਸ਼ੁਰੂ ਹੋ ਗਏ, ਸਾਡੇ ਚੀਫ ਇੰਜੀਨੀਅਰ ਵਾਲੇ ਪਾਸੇ ਹੋ ਗਏ, ਤੇ ਉਹ 2% ਲੈਣ ਵਾਲੇ ਬੰਦੇ ਨੂੰ ਅਤੀ ਇਮਾਨਦਾਰ ਵਿਅਕਤੀ ਸਮਝਿਆ ਜਾਂਦਾ। ਉਹ ਕਹਿੰਦੇ ਨੇ ਸੀਮੈਂਟ ਨਹੀਂ ਵੇਚਿਆ ਇਹਨੇ, ਮਥਰਾ ਤੋਂ ਆਏ ਲੁੱਕ ਦੇ ਟਰੱਕ ਨਹੀਂ ਵੇਚੇ, ਬੜਾ ਬੀਬਾ ਬੰਦਾ 2% ਤੇ ਗੁਜ਼ਾਰਾ ਕਰਦਾ। ਤੇ ਉਹਨੂੰ ਇੱਕ ਤਾਂ ਲੀਗਲ ਟਰਮ ਮੰਨ ਲਿਆ ਗਿਆ। ਮਤਲਬ ਹਾਲ ਇਹ ਆ ਸਾਰੀ ਜਗ੍ਹਾ। ਉਹ ਗੱਲ ਚਲਦਿਆਂ ਆ ਜਾਂਦੀ ਆ ਜੀ। ਇੱਕ ਪਬਲਿਕ ਸੈਕਟਰ ਅਦਾਰੇ ਦੇ ਵਿੱਚ ਬ੍ਰਾਡਕਾਸਟਿੰਗ ਨਾਲ ਸੰਬੰਧਿਤ ਅਦਾਰਾ ਭਾਰਤ ਦਾ, ਉਹਦੇ ਵਿੱਚ ਨਾ ਉਹ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਡਾਇਰੈਕਟਰ ਵਗੈਰਾ ਬਹੁਤੇ ਜਿਹੜੇ ਆ ਉਹ ਪੈਸੇ ਲੈ ਕੇ ਕੰਮਕਾਰ ਕਰਦੇ ਸੀਗੇ। ਤੇ ਇੱਕ ਬੰਦੇ ਬਾਰੇ ਕਹਿੰਦੇ ਵੀ ਉਹ ਬੜਾ ਭਲਾ ਮਾਨਸ ਆ। ਕਿਉਂ ਭਲਾ ਮਾਨਸ ਆ ਜੀ? ਉਹ ਨਾ ਕੋਈ ਤੁਹਾਨੂੰ ਸ਼ਰਤ ਨਹੀਂ ਲਾਉਂਦਾ ਵੀ ਮੈਨੂੰ ਇੰਨੇ ਦੇ, ਉਹ ਜਿੰਨੇ ਤੁਸੀਂ ਉਹਨੂੰ ਦੇ ਦਿਓ ਉਹਨਿਆਂ ਨਾਲ ਹੀ ਉਹ ਰਾਜੀ ਹੋ ਜਾਂਦਾ ਆ। ਇਸ ਕਰਕੇ ਉਹ ਬੜਾ ਇਮਾਨਦਾਰ ਬੰਦਾ ਆ। ਹੁਣ ਗਿੱਲ ਸਾਹਿਬ ਤੁਸੀਂ ਗੱਲ ਤੋਰੋ ਜੀ। ਉਹ ਮੈਂ ਉਹ ਵੀ ਤੋਰਨੀ ਆ, ਸਮਾਂ ਥੋੜਾ ਰਹਿ ਗਿਆ, ਪਰ ਮੇਰੇ ਕੋਲ ਗੱਲਾਂ ਬਹੁਤ ਅੱਜ ਮਜ਼ਾ ਆ ਰਿਹਾ ਤੁਹਾਨੂੰ ਨਾਲ ਗੱਲ ਕਰਕੇ। ਗੱਲ ਮੈਂ ਇੱਕ ਹੋਰ ਕਰਨੀ ਤੁਹਾਨੂੰ ਪੁੱਛਣੀ, ਪਹਿਲਾਂ ਦੂਰਦਰਸ਼ਨ ਦੀ ਤੁਸੀਂ ਕਰ ਲਈ, ਚਲੋ ਇਹਨੂੰ ਆਪਾਂ ਨਾ ਤੁਸੀਂ ਰਿਸਪੌਂਸ ਦਿਓ। ਤੇ ਜਿੰਨੇ ਆਰਟਿਸਟ ਆ ਅਸੀਂ ਕਹਿੰਦੇ ਆ ਕਿ ਫਲਾਣਾ ਆਰਟਿਸਟ ਦੂਰਦਰਸ਼ਨ ਨੇ ਬਣਾਇਆ। ਮੈਨੂੰ ਪਤਾ ਨਵੇਂ ਸਾਲ ਦੇ ਪ੍ਰੋਗਰਾਮਾਂ 'ਚ ਐਂਟਰੀ ਕਿੱਦਾਂ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਵੀ 15 20 25 ਸਾਲ ਪਹਿਲਾਂ ਜਦੋਂ ਨਵੇਂ ਸਾਲ ਦੇ ਪ੍ਰੋਗਰਾਮ ਹਿੱਟ ਹੁੰਦੇ ਸੀ, ਲੱਖਾਂ ਰੁਪਈਆ ਦੇ ਕੇ ਆਰਟਿਸਟ ਆਪਣੀ ਐਂਟਰੀ ਪਾਉਂਦੇ ਹੁੰਦੇ ਸੀ ਕਿ ਮੈਂ ਪਰਦੇ ਤੇ ਆ ਜਾ ਦੂਰਦਰਸ਼ਨ ਦੇ ਤੇ। ਸਭ ਕੁਝ ਚੱਲਦਾ ਰਿਹਾ ਸਰ, ਉਹ ਸਭ ਤੱਕ ਚੱਲਦਾ। ਸਾਡੇ ਮੁਲਕ ਦਾ ਤਾਈਓ ਤੇ ਸੱਤਿਆਨਾਸ਼ ਹੋਇਆ ਕਿ ਅਸੀਂ ਇਸ ਚੀਜ਼ ਨੂੰ ਅੱਖਾਂ ਮੀਟ ਕੇ ਦੇਖਿਆ ਹੀ ਨਹੀਂ। ਮਤਲਬ ਇੱਧਰ ਨੂੰ ਨਾ ਸਾਡੀ ਲੀਡਰਸ਼ਿਪ ਨੇ ਨਾ ਸਾਡੇ ਲੋਕਾਂ ਨੇ ਵੇਖਿਆ। ਜੇ ਹੁਣ ਦੌਰ ਬਦਲਿਆ, ਇਸ ਤਰ੍ਹਾਂ ਦੀ ਗੱਲ ਭਗਵੰਤ ਮਾਨ ਦੀ ਜਾਂ ਉਹਨਾਂ ਦੀ ਟੀਮ ਕਰਦੀ ਆ, ਇਹਨੂੰ ਅਸੀਂ ਜ਼ਰੂਰ ਐਪਰੀਸ਼ੀਏਟ ਕਰੀਏ ਤੇ ਉਮੀਦ ਰੱਖੀਏ ਕਿ ਉਹ ਇਸ ਦਲਦਲ 'ਚ ਨਾ ਜਾਣ। ਅੱਛਾ, ਮੈਂ ਇੱਕ ਸਵਾਲ ਪੁੱਛ ਲਾਂ, ਫਿਰ ਆਪਾਂ ਉਹ ਬਲਤੇਜ ਪੰਨੂ ਵਾਲਾ ਸਵਾਲ ਕਰਨਾ। ਔਰਤਾਂ ਦੀ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਆ ਕੈਬਨਿਟ 'ਚ। ਜੇ ਭਾਵੇਂ ਘੱਟੋ ਘੱਟ ਇਹਨਾਂ ਨੂੰ 1 ਜਾਂ 2 ਮੰਤਰੀ ਕੈਬਨਿਟ ਦੇ ਵਿੱਚ ਔਰਤ ਚਾਹੀਦੀਆਂ ਸੀ। ਮੈਂ ਕੱਲ੍ਹ ਵੀ ਸੁਸ਼ੀਲ ਰਾਣਾ ਨੂੰ ਕਹਿੰਦਾ ਸੀ 50% ਆਬਾਦੀ ਤੇ ਉਹਨਾਂ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਵੇਖ ਲਓ ਤੁਸੀਂ ਕਿੰਨੀ ਆ। ਤੇ ਫਿਰ ਇੱਕ ਜਿਹੜਾ ਡਾਕਟਰ ਆਪਣੀ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਤੇ ਸ਼ਾਇਦ ਇੱਕ ਸਵਾਲ ਉੱਠ ਰਿਹਾ ਕਿ ਕੇਂਦਰ ਦੀ ਲੀਡਰਸ਼ਿਪ ਜਿਹੜੀ ਆ, ਕਿਉਂਕਿ ਉਹਨਾਂ ਦਾ ਦਾਇਆ ਬਹੁਤ ਵੱਡਾ, ਉਹਨਾਂ ਨੇ ਨੈਸ਼ਨਲ ਪੋਲਿਟਿਕਸ ਕਰਨੀ ਆ, ਤੇ ਉਸ ਢਾਂਚੇ 'ਚ ਬੀਬੀ ਜੀ ਦਾ ਪਿਛੋਕੜ ਪਿਛਲਾ ਜਿਹੜਾ ਉਹ ਫਿੱਟ ਨਹੀਂ ਬਹਿੰਦਾ। ਕਿਤੇ ਨਾ ਕਿਤੇ ਉਹਨਾਂ 'ਤੇ ਕਿੰਤੂ ਆ ਜਾਂਦੇ ਆ, ਜਿਹਦੇ ਕਰਕੇ ਉਹਨਾਂ ਨੂੰ ਪਿੱਛੇ ਰੱਖਿਆ ਗਿਆ। ਤੇ ਜਦੋਂ ਕਿਤੇ ਮੁੱਢ ਵੱਜਾ ਕਿਸੇ ਇਸ ਤਰ੍ਹਾਂ ਦੀ ਇੱਧਰ ਉੱਧਰ ਜੰਪ ਮਾਰਨ ਦਾ, ਮੈਂ ਕਹਿੰਦਾ ਤੇ ਨਹੀਂ ਉਹਨਾਂ ਦੀ ਇਮਾਨਦਾਰੀ ਤੇ, ਪਰ ਨਿਰਾਸ਼ਤਾ ਦੇ ਵਿੱਚੋਂ ਨਿਕਲ ਕੇ ਅੱਜ ਉਹਨਾਂ ਦੇ ਫਾਦਰ ਦੀ ਇੱਕ ਵੀਡੀਓ ਲੀਕ ਹੋਈ ਜਾ ਰਹੀ ਆ, ਦਿਖ ਰਹੀ ਆ। ਉਹਨਾਂ ਨੇ ਬੜਾ ਇੱਕ ਤਨਜ ਨਾਲ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਬੜੇ ਔਖੇ ਸਮੇਂ ਦੇਖੇ ਆ। ਤੇ ਪਹਿਲ ਮੈਨੂੰ ਲੱਗਦਾ ਇੱਥੋਂ ਹੀ ਹੋਊਗੀ ਜਦੋਂ ਕਿਤੇ ਉਸ ਪਾਸੇ ਨੂੰ ਹੋਈ। ਬਹੁਤ ਉੱਪਰ ਵੀ ਗਿਰਜ ਵਾਲੀਆਂ ਨਿਗਾਹ ਨਾਲ ਬੈਠੇ ਹੋਏ ਆ ਲੋਕ ਕਿ ਕਿਹੜੇ ਬੰਦੇ ਨੂੰ ਕਦੋਂ ਚੁੱਕਣਾ। ਇਹਦੇ ਬਾਰੇ ਮੇਰਾ ਖਿਆਲ ਜੀ ਮੈਂ ਅਜੇ ਕੋਈ ਕਮੈਂਟ ਨਹੀਂ ਕਰਦਾ, ਕਿਉਂਕਿ ਜੇ ਉਹਦੇ ਪਿਛੋਕੜ ਦੀ ਕੋਈ ਹੁਣ ਇਹਨਾਂ ਨੂੰ ਰੜਕ ਹੈਗੀ ਆ, ਤਾਂ ਜਦੋਂ ਉਹਨੇ 2017 ਦੇ ਵਿੱਚ ਚੋਣ ਲੜੀ ਸੀਗੀ ਉਦੋਂ ਵੀ ਤਾਂ ਉਹਦਾ ਪਿਛੋਕੜ ਉਹੀ ਸੀਗਾ। ਜੇ ਐਤਕਾਂ ਉਹਨੇ 2019 ਦੇ ਵਿੱਚ 2022 'ਚ ਚੋਣ ਲੜੀ ਆ ਤਾਂ ਫਿਰ ਵੀ ਪਿਛੋਕੜ ਉਹੀ ਸੀਗਾ। ਇਸ ਕਰਕੇ ਜਿਹੜੇ ਪਿਛੋਕੜ ਵਾਲੀ ਗੱਲ ਹੈਗੀ ਆ ਨਾ ਜੀ, ਉਹਦੇ ਵਿੱਚ ਹੁਣ ਕਈ ਹੈਗੇ ਆ ਜਿਹੜੇ ਕਰੋੜਾਂ ਪਤੀ ਬਣੇ ਹੈਗੇ ਆ, ਤੇ ਕਰੋੜਾਂ ਪਤੀ ਕੋਈ ਮਜ਼ਦੂਰੀ ਕਰਕੇ ਤਾਂ ਬਣਦਾ ਨਹੀਂਗਾ। ਸੋ ਪਿਛੋਕੜ ਵਾਲੀ ਗੱਲ ਜਿਹੜੀ ਹੈਗੀ ਹੈ ਜੀ, ਮੈਂ ਮਹਿਸੂਸ ਕਰਦਾ ਵੀ ਉਹ ਬਹੁਤੀ ਕੰਸੀਡਰੇਸ਼ਨ ਵਾਲੀ ਗੱਲ ਨਹੀਂ ਹੋਈ। ਤੁਹਾਨੂੰ ਮੈਨੂੰ ਨਹੀਂ ਕੰਸੀਡਰ ਕਰਦੀ, ਪਰ ਜਿਨ੍ਹਾਂ ਨੇ ਆਪਣੀ ਬਾਜ਼ ਅੱਖ ਰੱਖੀ ਹੋਈ ਕਿ ਅਸੀਂ ਪ੍ਰਧਾਨ ਮੰਤਰੀ ਬਣਨਾ ਆ, ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੋਵੇਗਾ ਕਿ ਇਹਦੇ ਨਾਲ ਸਾਡਾ ਕਿਤੇ ਨਾ ਕਿਤੇ ਵਕਾਰ ਦਾ ਤੇ ਲੱਗ ਸਕਦਾ। ਉਹ ਹੋ ਸਕਦਾ ਇਦਾਂ ਦੀ ਗੱਲ ਚੱਲ ਰਹੀ ਹੈ, ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰ ਲਈ। ਵੈਸੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਇਸ ਕਰਕੇ ਰੱਖਿਆ ਗਿਆ, ਪਰ ਲੋਕਾਂ ਨੂੰ ਇਹ ਸ਼ੱਕ ਹੈ ਕਿ ਕੇਜਰੀਵਾਲ ਨੂੰ ਸ਼ਾਇਦ ਇਸ ਤਰ੍ਹਾਂ ਲੱਗਦਾ ਸੀ ਕਿਤੇ ਨਾ ਕਿਤੇ। ਇਹਦੇ 'ਚ ਦੇਖੋ ਗਿੱਲ ਸਾਹਿਬ, ਪਹਿਲਾਂ ਆਪਾਂ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਜਿਹੜੀ ਪ੍ਰਧਾਨ ਮੰਤਰੀ ਬਣਨ ਵਾਲੀ ਗੱਲ ਆ, ਉਹ ਕੋਈ ਵੀ ਸੁਪਨਾ ਲੈ ਸਕਦਾ। ਤੁਹਾਨੂੰ ਪਤਾ ਹੋਣਾ ਕਿ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਲਾਲੂ ਯਾਦਵ ਨੇ ਕਿਹਾ ਸੀਗਾ ਕਿ ਬਈ ਫਲਾਣਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ, ਫਲਾਣਾ ਚਾਹੁੰਦਾ, ਕਹਿੰਦਾ ਜੇ ਕੋਈ ਵੀ ਨਹੀਂ ਲੱਭਦਾ ਤਾਂ ਫਿਰ ਮੈਂ ਤਾਂ ਹੈਗਾ ਹੀ ਆ, ਮਤਲਬ ਮੈਨੂੰ ਹੀ ਪ੍ਰਧਾਨ ਮੰਤਰੀ ਬਣਾ ਦਿਓ। ਸੋ ਮੰਗੇਰੀ ਲਾਲ ਦੇ ਸੁਪਨੇ ਲੈਣ ਦਾ ਹਰ ਇੱਕ ਨੂੰ ਅਧਿਕਾਰ ਹੈਗਾ, ਪ੍ਰਧਾਨ ਮੰਤਰੀ ਦੇ ਸੁਪਨੇ ਲੈਣ ਦਾ, ਪਰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਇੰਨਾ ਸੌਖਾ ਨਹੀਂ ਹੈ।
ਸੋ ਉਹਦੇ ਵਿੱਚ ਬਲਜਿੰਦਰ ਕੌਰ ਮੇਰਾ ਖਿਆਲ ਕੋਈ ਰੁਕਾਵਟ ਨਹੀਂ ਬਣਦੀ। ਉਹਨਾਂ ਦੀ ਕੰਸੀਡਰੇਸ਼ਨ ਗਿੱਲ ਸਾਹਿਬ ਇੱਕੋ ਹੀ ਆ ਜਦੋਂ ਮੰਤਰੀ ਮੰਡਲ ਉਹ ਬਣਾਉਂਦੇ ਆ ਨਾ। ਪਹਿਲਾਂ ਵੀ ਉਹਨਾਂ ਨੇ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਨੂੰ, ਇੱਕ ਜਿਹੜਾ ਉਹਨਾਂ ਦਾ ਸਾਬਕਾ MP ਸੀਗਾ ਆਮ ਆਦਮੀ ਪਾਰਟੀ ਦਾ, ਉਹਦੀ ਧੀ ਹੋਣ ਕਰਕੇ ਹੀ ਬਣਾਇਆ ਸੀਗਾ। ਬਾਕੀ ਕੋਈ ਕਿਸੇ ਕਿਸਮ ਦੀ ਕੋਈ ਕੰਸੀਡਰੇਸ਼ਨ ਨਹੀਂ ਸੀਗੀ, ਜਿਹਦੇ ਵਿੱਚ ਉਹ ਸਭ ਤੋਂ ਵੱਧ, ਜਿੱਦਾਂ ਆਪਾਂ ਪਹਿਲਾਂ ਹੀ ਕਿਹਾ ਹੈਗਾ, ਕਿ ਉਹ ਦੇਖਦੇ ਆ ਵੀ ਸਾਡੇ ਪ੍ਰਤੀ ਲਾਇਲ ਕੌਣ ਆ। ਜੀ ਬਿਲਕੁਲ। ਮਤਲਬ ਕੋਈ ਸਾਡੇ ਅੱਗੇ ਉਹ ਬਾਸਰਨ ਵਾਲਾ ਬੰਦਾ ਤਾਂ ਨਹੀਂ ਹੈ। ਸੋ ਇਸ ਕਰਕੇ ਉਹ ਜਿਹੜੇ ਇਸ ਕਿਸਮ ਦੇ ਘੱਟ ਯੋਗਤਾ ਵਾਲੇ ਕਹਿ ਲਓ ਜਾਂ ਘੱਟ ਤਜਰਬੇ ਵਾਲੇ ਬਣਦੇ ਨੇ ਮੰਤਰੀ, ਉਹ ਫਿਰ ਮੁੱਖ ਮੰਤਰੀ ਨੂੰ ਜਾਂ ਪਾਰਟੀ ਦਾ ਜਿਹੜਾ ਸੁਪਰੀਮੋ ਆ ਉਹਨੂੰ ਮਾਈ ਬਾਪ ਹੀ ਕਰਦੇ ਰਹਿੰਦੇ ਨੇ। ਤੇ ਉਹ ਸਮਝਦੇ ਆ ਬਈ ਅਸੀਂ ਇਹਦੇ ਸਿਰ ਤੇ ਹੀ ਆ। ਮਤਲਬ ਜੇ ਇਹ ਦਿਨ ਨੂੰ ਦਿਨ ਕਹੇਗਾ ਤੇ ਦਿਨ ਕਹਿ ਦਿਆਂਗੇ, ਜੇ ਦਿਨ ਨੂੰ ਰਾਤ ਕਹੇਗਾ ਤੇ ਰਾਤ ਵੀ ਕਹਿ ਦਿਆਂਗੇ। ਸੋ ਮੈਨੂੰ ਲੱਗਦਾ ਇਹ ਆ ਜੀ ਕਿ ਬਲਜਿੰਦਰ ਕੌਰ ਹੋਣਾ ਦੀ ਜਿਹੜੀ ਆ ਨਾ, ਬੈਕਗਰਾਉਂਡ ਨਾਲੋਂ ਵੱਧ ਜਿਹੜੀ ਕੰਸੀਡਰੇਸ਼ਨ ਉਹਨਾਂ ਦੇ ਸੰਬੰਧ 'ਚ ਆ, ਉਹ ਇਹ ਆ ਬਈ ਕਿ ਹੋਵੇ ਨਾ ਵੀ ਕਿਤੇ ਇਹ ਡਿਵੈਲਪ ਹੋ ਜਾਣ ਤੇ ਮੁੜ ਕੇ ਸਾਨੂੰ ਹੀ ਇਹਨਾਂ ਨੂੰ ਸਾਂਭਣਾ ਔਖਾ ਹੋ ਜਾਵੇ। ਬਿਲਕੁਲ, ਇਹ ਵੀ ਹੋ ਸਕਦੀ ਹੈ। ਬਿਲਕੁਲ ਵੈਸੇ ਤੁਸੀਂ ਠੀਕ ਕਹਿ ਰਹੇ ਹੋ। ਤੇ ਹੁਣ ਤੁਸੀਂ ਆਖਰੀ ਗੱਲ ਜੇ ਕਰਨੀ ਚਾਹੁੰਦੇ ਹੋ ਤੇ ਕਰ ਲਈਏ। ਮੈਂ ਤਾਂ ਚਾਹੁੰਦਾ ਕਿ ਜੋ ਤੇ ਹੋਰ ਰਿਐਕਸ਼ਨ ਆ ਲੈਣ ਤੇ ਕੱਲ ਤੱਕ ਆਪਾਂ ਪੱਕੇ ਪੈਰੀ ਕਰਾਂਗੇ। ਸਾਡੇ ਇੱਕ ਭਾਈ ਬੰਦ ਵੀਰ ਜੀ ਸਾਡੇ ਟੋਰਾਂਟੋ 'ਚ ਬੜੇ ਹਰਮਨ ਪਿਆਰੇ ਨੇ, ਉਹਨਾਂ ਨੂੰ ਕਾਫੀ ਵਧੀਆ ਅਹੁਦਾ ਮਿਲਿਆ। ਉਹ 'ਤੇ ਤੁਸੀਂ ਕਮੈਂਟ ਅੱਜ ਕਰ ਦਿਓ ਥੋੜ੍ਹੇ ਜਿਹੇ, ਤੇ ਡਿਸਕਸ਼ਨ ਆਪਾਂ ਕੱਲ ਕਰਾਂਗੇ। ਉਹਦੇ ਤੇ ਕਮੈਂਟ ਇਹ ਜੀ ਹੈ ਕਿ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਜੇ ਡਾਇਰੈਕਟਰ ਪਬਲਿਕ ਰਿਲੇਸ਼ਨਸ ਜਾਂ ਮੀਡੀਆ ਡਾਇਰੈਕਟਰ, ਦੋ ਲਫ਼ਜ਼ ਵਰਤੇ ਗਏ ਨੇ, ਉਹ ਭਗਵੰਤ ਮਾਨ ਹੋਰਾਂ ਨੇ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਬਿਠਾਇਆ ਵਾ। ਤੇ ਅਸੀਂ ਤਾਂ ਬਤੌਰ ਪੱਤਰਕਾਰ ਮਹਿਸੂਸ ਕਰਦੇ ਹਾਂ ਬਈ ਇੱਕ ਪੱਤਰਕਾਰ ਜਿਹੜਾ ਉਹਨੂੰ ਉਹਨਾਂ ਨੇ ਮਾਣ ਦਿੱਤਾ, ਇਹ ਚੰਗੀ ਗੱਲ ਹੈਗੀ ਆ। ਔਰ ਬਲਤੇਜ ਪੰਨੂ ਜਿਹੜੇ ਆ, ਉਹਨਾਂ ਦੀ ਪੱਤਰਕਾਰੀ ਜਿਹੜੀ ਆ ਉਹ ਕਿੰਨੀ ਬੇਬਾਕ ਹੈਗੀ ਆ। ਉਹ ਉਸ ਪੱਖੋਂ ਤਾਂ ਉਹ ਵਧਾਈ ਦੇ ਪਾਤਰ ਨੇ ਤੇ ਭਗਵੰਤ ਮਾਨ ਵੀ ਵਧਾਈ ਦੇ ਪਾਤਰ ਨੇ। ਪਰ ਦੂਜੇ ਬੰਨੇ ਗਿੱਲ ਸਾਹਿਬ ਇਹ ਆ ਕਿ ਜਿਹੜਾ ਇੱਕ ਪੱਤਰਕਾਰ ਆਪਣੀ ਬੇਬਾਕੀ ਕਰਕੇ, ਆਪਣੀ ਦਲੇਰੀ ਕਰਕੇ ਐਸਟੈਬਲਿਸ਼ ਹੋਇਆ ਹੈਗਾ ਲੋਕਾਂ ਦੇ ਵਿੱਚ, ਲੋਕ ਉਹਦੀ ਗੱਲ ਇਸ ਕਰਕੇ ਸੁਣਦੇ ਆ ਕਿ ਇਹ ਇਮਾਨਦਾਰ ਹੈ, ਦਲੇਰ ਹੈ, ਇਹ ਸਰਕਾਰ ਅੱਗੇ ਵੀ ਆਕੜ ਸਕਦਾ ਹੈ, ਜੇਲ੍ਹ ਵੀ ਜਾ ਸਕਦਾ, ਜਿਵੇਂ ਉਹ ਬਲਤੇਜ ਪੰਨੂ ਨਹੀਂ ਗਏ ਨੇ। ਸੋ ਇਹਦੇ ਨਾਲ ਦੂਜਾ ਪੱਖ ਜਿਹੜਾ ਉਹ ਗਿੱਲ ਸਾਹਿਬ ਇਹ ਆ ਬਈ ਇੱਕ ਸਥਾਪਿਤ ਪੱਤਰਕਾਰ ਜਿਹੜਾ ਉਹਨੂੰ ਮੇਰੀ ਪਰਸਨਲ ਰਾਏ ਆ ਕਿ ਸਰਕਾਰ ਨਾਲ ਜੁੜ ਕੇ ਚੱਲਣਾ, ਸਰਕਾਰੀ ਤੰਤਰ ਦੇ ਵਿੱਚ ਸ਼ਾਮਲ ਹੋ ਕੇ ਚੱਲਣਾ, ਇਹ ਇਹਦਾ ਲੌਂਗ ਰਨ ਮੈਨੂੰ ਲੱਗਦਾ ਵੀ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਆ। ਜਿਵੇਂ ਜੇ ਰਵੀਸ਼ ਕੁਮਾਰ ਅੱਜ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ ਬਣ ਜਾਵੇ ਤਾਂ ਉਹਦਾ ਰੁਤਬਾ ਰਵੀਸ਼ ਕੁਮਾਰ ਵਾਲਾ ਨਹੀਂ ਰਹਿ ਜਾਏਗਾ। ਉਹਦਾ ਰੁਤਬਾ ਜਿਹੜਾ ਹੈਗਾ ਉਹ ਬਹੁਤ ਥੱਲੇ ਆ ਜਾਏਗਾ। ਸੋ ਵੈਸੇ ਵੀ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ। MJ ਅਕਬਰ ਦਾ ਨਾਂ ਤੁਸੀਂ ਸੁਣਿਆ ਹੋਏਗਾ, ਬੜੇ ਵੱਡੇ ਪੱਤਰਕਾਰ ਹੁੰਦੇ ਸੀ। ਹੋਰ ਵੀ ਮਿਸਾਲਾਂ ਆਪਾਂ ਨੇਕਾਂ ਦੇ ਸਕਦੇ ਹਾਂ। ਪੰਜਾਬ ਦੇ ਵਿੱਚ ਜੇ ਆਪਾਂ ਵੇਖ ਲਈਏ ਤੇ ਹੁਣੇ ਇੱਕ GTV 'ਚ ਬੜੇ ਚਰਚਿਤ ਹੁੰਦੇ ਸੀਗੇ, ਉਹਨਾਂ ਦਾ ਨਾਮ ਮੈਂ ਭੁੱਲ ਰਿਹਾ, ਜਿਨ੍ਹਾਂ ਨੂੰ ਆਪਣੇ ਨਵਜੋਤ ਸਿੱਧੂ ਨੇ ਆਪਣਾ ਸਲਾਹਕਾਰ ਪੱਤਰਕਾਰ ਲਾਇਆ ਸੀਗਾ। ਇੱਕ ਟ੍ਰਿਬਿਊਨ ਤੋਂ ਗਏ ਹੋਏ ਸਿੱਧੂ ਸਾਹਿਬ ਨੇ, ਜਗਤਾਰ ਸਿੱਧੂ, ਉਹਨਾਂ ਦਾ ਤਾਂ ਖੈਰ ਜੋੜ ਤੋੜ ਵਾਲੀ ਰਾਜਨੀਤੀ ਦਾ ਸ਼ੁਰੂ ਤੋਂ ਇਤਿਹਾਸ ਆ ਉਹਨਾਂ ਬਾਰੇ। ਤੇ ਫਿਰ ਟ੍ਰੇਡ ਯੂਨੀਅਨ ਦਾ ਮਸਲਾ ਆ ਜਾਣਾ, ਬੜਾ ਲੰਬਾ ਸਮਾਂ ਉਹ ਜਿਹੜੀ ਪ੍ਰੈਸ ਕਲੱਬ ਆ ਉਹਦੇ ਵੀ ਨੁਮਾਇੰਦੇ ਰਹੇ, ਤੇ ਜਿਹੜੀ ਮੁਲਾਜ਼ਮਾਂ ਦੀ ਜਥੇਬੰਦੀ ਟ੍ਰਿਬਿਊਨ 'ਚ ਉਹਦੇ ਵੀ ਲੀਡਰ ਰਹੇ। ਪਰ ਜਿੰਨੀ ਉਹ ਮਤਲਬ ਉਹ ਸਿਆਸਤ ਹੁੰਦੀ ਆ ਨਾ, ਉਹ ਦੂਜੀ ਤਰ੍ਹਾਂ ਦੀ, ਉਹਦੇ ਵੀ ਉਹ ਬੜੇ ਐਕਸਪਰਟ ਗਿਣੇ ਜਾਂਦੇ ਆ। ਮੈਂ ਨਿੱਜੀ ਤੌਰ 'ਤੇ ਵੀ ਉਹਨਾਂ ਭਾਜੀ ਹੋਰਾਂ ਨੂੰ ਮਿਲਦਾ ਰਿਹਾ, ਚੰਗੀ ਤਰ੍ਹਾਂ ਜਾਣਦਾ ਉਹਨਾਂ ਬਾਰੇ। ਸਿੱਧਾ ਤਾਂ ਨਹੀਂ ਕਿਸੇ ਦਾ ਇਲਜ਼ਾਮ ਲਾਉਣਾ ਚਾਹੀਦਾ, ਪਰ ਗੱਲ ਚਲੋ ਜੋ ਨਿਕਲੀ ਹੈ ਤਾਂ ਕਰਦੇ ਹਾਂ। ਤੇ ਜਿਹੜੀ ਬੇਬਾਕੀ ਇੱਕ ਪੱਤਰਕਾਰ 'ਚ ਹੁੰਦੀ ਆ, ਜਿਹੜੀ ਬੇਬਾਕੀ ਦੇ ਕਰਕੇ ਬਲਤੇਜ ਪੰਨੂ ਜਾਣੇ ਜਾਂਦੇ ਆ, ਉਹਦੀ ਧਾਰ ਵਾਹਵਾ ਦੇਰ ਦੀ ਖੁੰਡੀ ਨਜ਼ਰ ਆ ਰਹੀ ਸਾਨੂੰ। ਖਾਸ ਕਰਕੇ ਜਦੋਂ ਦੀ ਭਗਵੰਤ ਮਾਨ ਹੋਰਾਂ ਦੇ, ਉਹਨਾਂ ਦੇ ਮਿੱਤਰ ਦੀ ਸਰਕਾਰ ਬਣੀ ਆ, ਉਹਨਾਂ ਦਿਨਾਂ ਤੋਂ ਹੀ ਲੋਕਾਂ ਦੇ ਉਹ ਨਿਸ਼ਾਨੇ ਤੇ ਆਉਣੇ ਸ਼ੁਰੂ ਹੋ ਗਏ ਆ। ਕੋਈ ਵੀ ਵਿਅਕਤੀ ਜਿਹੜਾ ਸੱਤਾ ਦੇ ਨੇੜੇ ਹੋ ਕੇ ਇਮਾਨਦਾਰੀ ਨਾਲ ਕਵੇ ਕਿ ਮੈਂ ਸੱਤਾ ਦੇ ਵੀ ਨੇੜੇ ਰਵਾਂ ਤੇ ਖਾਸ ਕਰਕੇ ਜਰਨਲਿਸਟ ਵਾਲਾ ਕੰਮ ਜਿਹੜਾ ਮੈਂ ਇਮਾਨਦਾਰੀ ਨਾਲ ਕਰ ਲੂੰਗਾ, ਉਹ ਪੋਸੀਬਲ ਨਹੀਂ ਆ। ਹਰਚਰਨ ਬਹਿਸ 'ਚ ਹੋ ਸਕਦਾ ਬੜੀਆਂ ਸੰਭਾਵਨਾਵਾਂ ਹੋਣ ਕਿ ਜ਼ਮਾਨੇ 'ਚ ਜਦੋਂ ਅਸੀਂ ਸਕੂਲ ਪੜ੍ਹਦੇ, ਬੜਾ ਪੁਰਾਣਾ, ਮੈਂ ਉਹਨਾਂ ਨੂੰ ਹਰਚਰਨ ਬਹਿਸ ਨੂੰ ਪੜ੍ਹਦਾ ਰਿਹਾ, ਦ੍ਰਿਸ਼ਟੀ ਵਿੱਚ ਛਪਦੇ ਹੁੰਦੇ ਸੀ, ਉਹਨਾਂ ਦੀ ਲੇਖਣੀ ਦਾ ਮੈਂ ਕਾਫੀ ਕਾਇਲ ਹੁੰਦਾ ਸੀ। ਪਰ ਮੈਂ ਨਹੀਂ ਵੇਖਿਆ ਕਿ ਜਦੋਂ ਦੇ ਉਹ ਸਰਕਾਰ ਦੇ ਵਿੱਚ ਵੜ ਗਏ, ਦਰਬਾਰੀ ਪੱਤਰਕਾਰ ਬਣ ਗਏ, ਤੇ ਉਹਨਾਂ ਦੀ ਕੋਈ ਜਿਹੜੀ ਬੌਧਿਕ ਪ੍ਰਭਤਾ ਉਹ ਸਾਡੇ ਸਾਹਮਣੇ ਆਈ ਹੋਵੇ। ਫਿਰ ਤੇ ਸਿਆਸਤ ਹੀ ਪੱਲੇ ਰਹਿ ਜਾਂਦੀ, ਉਹ ਜਿੰਨੀ ਮਰਜ਼ੀ ਕੋਈ ਕਰ ਲੇ। ਗਿੱਲ ਸਾਹਿਬ ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਆ, ਕਿਉਂਕਿ
ਤੁਸੀਂ ਪੱਤਰਕਾਰੀ ਜਿੱਦਾਂ ਚਿਰ ਕਰ ਰਹੇ ਆ, ਤੁਸੀਂ ਇੰਡੀਪੈਂਡੈਂਟ ਆ, ਤੁਹਾਡੇ ਤੇ ਕਿਸੇ ਦਾ ਕੋਈ ਕੁੰਡਾ ਨਹੀਂ ਹੈ, ਤੁਹਾਨੂੰ ਕੋਈ ਮੁਥਾਜੀ ਨਹੀਂ ਹੈਗੀ ਕਿਸੇ ਦੀ। ਪਰੰਤੂ ਜਦੋਂ ਕੋਈ ਅਹੁਦਾ ਸਰਕਾਰ ਦਾ ਮਿਲੇਗਾ ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਏਗਾ। ਹੁਣ ਜਦੋਂ ਕੋਈ ਸਰਕਾਰ ਦਾ ਹਿੱਸਾ ਬਣੇਗਾ ਪੱਤਰਕਾਰ, ਤਾਂ ਉਹ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਚੱਲੇਗਾ। ਉਹ ਆਪਣੀ ਜਿਹੜੀ ਇੰਡੀਪੈਂਡੈਂਸ ਆ ਉਹਦੀ ਉਹ ਉੱਥੇ ਗਵਾਚ ਜਾਂਦੀ ਹੈਗੀ ਆ। ਸੋ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਪੰਨੂ ਸਾਹਿਬ ਨੂੰ, ਪਰ ਨਾਲ ਦੀ ਨਾਲ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਭਾਈਚਾਰੇ ਦਾ ਇੱਕ ਅਨਮੋਲ ਹੀਰਾ ਜਿਹੜਾ ਹੈਗਾ, ਕੀ ਉਹ ਆਪਣੀ ਚਮਕ ਜਿਹੜੀ ਆ ਉਹ ਪਹਿਲਾਂ ਵਾਲੀ ਕਾਇਮ ਰੱਖ ਸਕੇਗਾ। ਸੋ ਅਸੀਂ ਤਾਂ ਇਸ ਤਰ੍ਹਾਂ ਹੀ ਉਹਨਾਂ ਬਾਰੇ ਸਾਡਾ ਵਿਚਾਰ ਹੈ, ਤੇ ਉਮੀਦ ਇਹੋ ਹੀ ਕਰਦੇ ਹਾਂ ਵੀ ਉਹ ਚਮਕ ਕਾਇਮ ਰੱਖ ਸਕਣ। ਗਾਂ ਹਾਲਾਤ ਦੱਸਣਗੇ ਵੀ ਉਹ ਚਮਕ ਰਹਿੰਦੀ ਆ ਜਾਂ ਨਹੀਂ ਰਹਿੰਦੀ, ਸੋ ਇਹ ਵੇਖਣ ਵਾਲੀ ਗੱਲ ਹੋਊਗੀ। ਤੇ ਬਾਕੀ ਜੀ ਡੀਜੀਪੀ ਯਾਦਵ ਗੌਰਵ ਯਾਦਵ ਲਾਤੇ ਨੇ, ਕਾਰਜਕਾਰੀ ਭਗਵੰਤ ਮਾਨ ਉਹਨਾਂ ਨੇ ਐਕਟਿੰਗ, ਇਹ ਕਾਬਲ ਅਫਸਰ ਨੇ, ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾਣਦਾ ਹਾਂ ਜੀ ਜੀ। ਤੇ ਇਹਨਾਂ ਦੇ ਫਾਦਰ ਇਨ ਲਾ ਜਿਹੜੇ ਆ ਉਹ ਵੀ ਪੰਜਾਬ ਦੇ ਡੀਜੀਪੀ ਰਹੇ ਹੈਗੇ ਆ, ਪੀਸੀ ਡੋਗਰਾ ਜੀ। ਤੇ ਬਾਕੀ ਚੀਫ ਸੈਕਟਰੀ ਜਿਹੜਾ ਹੈਗਾ ਜੀ ਉਹ ਅਨਿਰੁੱਧ ਤਿਵਾੜੀ ਨੂੰ ਹਟਾ ਕੇ ਤੇ ਵੀਕੇ ਜੰਜੂਆ ਨੂੰ ਲਾਤਾ ਗਿਆ ਆ। ਸੋ ਇਹ ਜਿਹੜੀਆਂ ਮੈਂ ਨਿਯੁਕਤੀਆਂ ਨੇ, ਸੁਸ਼ੀਲ ਨਾਲ ਕੋ ਜਾਣੂਗਾ ਜੀ, ਇਹ ਜਿਹੜੇ ਦੋਨੇ ਅਫਸਰ ਹੈ ਪੰਜਾਬ ਕੈਡਰ ਦੇ ਨੇ ਜਾਂ ਕਿੱਦਾਂ? ਇਹ ਵੀ ਇੱਕ ਮੁੱਦਾ ਬੜੇ ਚਿਰ ਤੋਂ ਉੱਠ ਰਿਹਾ ਕਿ ਬਹੁਤੇ ਬਾਹਰ ਦੇ ਕਾਡਰ ਦੇ ਬੰਦੇ ਲਿਆ ਕੇ ਲਾਏ ਜਾਂਦੇ ਨੇ। ਵੈਸੇ ਜਿਹੜੇ ਡੀਜੀਪੀ ਬਣੇ ਨੇ ਹੈਗੇ ਤੇ ਉਹ ਯੂਪੀ ਨੂੰ ਬਿਲੋਂਗ ਕਰਦੇ ਨੇ। ਯੂਪੀ ਵਾਲੇ ਚਾਹੁੰਦੇ ਵਾਵਾ ਢੋਲ ਢਾਲ ਵੱਜ ਰਹੇ ਆ ਉੱਥੇ ਉਹਨਾਂ ਦੇ ਪਿੰਡ ਵਿੱਚ ਜਿੱਥੋਂ ਦੇ ਉਹ ਬਿਲੋਂਗ ਕਰਦੇ ਆ, ਪਰ ਹੈਗੇ ਉਹ ਪੰਜਾਬ ਕਾਡਰ ਦੇ ਨੇ, ਮੈਨੂੰ ਇਸ ਗੱਲ ਦਾ ਪਤਾ। ਔਰ ਮੈਂ ਉਹਨਾਂ ਨੂੰ ਬਹੁਤ ਪੁਰਾਣੇ ਸਮੇਂ ਤੋਂ ਵੇਖਿਆ ਜਾਂ ਜਾਣਦਾ, ਨੇੜਿਓਂ ਵੇਖਿਆ ਸੀਗਾ ਜਦੋਂ ਰਾਜੀਵ ਗਾਂਧੀ ਦੀ ਹਕੂਮਤ ਹੋਇਆ ਕਰਦੀ ਸੀ। ਤੇ ਇੱਕ ਪ੍ਰੋਗਰਾਮ 'ਚ ਮੈਂ ਵੀ ਉੱਥੇ ਡਿਊਟੀ ਤੇ ਸੀ ਤੇ ਇਹ ਵੀ ਉੱਥੇ ਡਿਊਟੀ ਤੇ ਸੀ, ਐਸਐਸਪੀ। ਬਹੁਤ ਨੇੜੇ ਉਹਨਾਂ ਨੂੰ ਮਿਲਿਆ, ਬੜੇ ਐਕਟਿਵ ਔਰ ਬੜੇ ਕੁਸ਼ਲ ਅਫਸਰ ਲੱਗ ਰਹੇ ਸੀਗੇ ਉਦੋਂ। ਤੇ ਉਹ ਗੱਲਾਂ ਆਪਾਂ ਪ੍ਰਾਈਵੇਟ ਤੌਰ ਤੇ ਕਿਤੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਕਾਫੀ ਗੱਲਾਂ ਹੋ ਗਈਆਂ, ਬਾਕੀ ਸੁਸ਼ੀਲ ਨਾਲ ਵੀ ਕੁਝ ਕਰ ਲਈਏ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ, ਧੰਨਵਾਦ ਸਰ। ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ ਮੇਰੀ ਧਰਤੀ